कोड़ी तेरी वे मला सोनी, कोड़ी तेरी वे मला सोनी, सोनी वे सजदी काठियां दे नाल, काठी डेढ़ ते हजार, मैं बलिहारी वे मां दे सुरजना, सुरजना वे विच विच बागा दे तुसी आओ, चोट नगारियां ते लाओ, खाना राजियां खाओ, मैं बलिहारी वे मां दे सुरजना, हो 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 कैंठा तेरा वे मला सोना, सोना वे सजदा जुगनियां दे नाल, जुगनी डेढ़ ते हजार, मैं बलिहारी वे मां दे सुरजना, चीरा तेरा वे मला सोना, सोना वे सजदा जुगनियां दे नाल, सजदा कलगियां दे नाल, कलगी डेढ़ ते हजार, मैं बलिहारी वे मां दे सुरजना। ਜਿਵੇਂ ਹੀ ਇਹ ਗੀਤ ਕੰਨਾਂ ਵਿੱਚ ਪੈਂਦੇ ਰੂਹ ਨੂੰ ਇੱਕ ਖੁਸ਼ੀ ਦਾ ਅਹਿਸਾਸ ਹੁੰਦਾ ਕਿ ਅੱਜ ਇੱਕ ਭੈਣ ਦਾ ਵੀਰ ਆਪਣੀ ਲਾੜੀ ਨੂੰ ਵਿਆਹਣ ਲਈ ਤੁਰਿਆ ਹੈ। ਇਹ ਜਿਹੜੇ ਛੋਟੇ ਛੋਟੇ ਸਾਡੇ ਕਲਚਰਲ ਐਲੀਮੈਂਟਸ ਸੀ ਜਿਨ੍ਹਾਂ ਨੂੰ ਅਸੀਂ ਆਪਣੇ ਵਿਆਹ ਦੀ ਉਲਝਣਾ ਵਿੱਚ ਕਿਤੇ ਨਾ ਕਿਤੇ ਭੁਲਾ ਬੈਠੇ ਨਾ, ਕਿਤੇ ਉਹ ਜੋ ਕਲਚਰਲ ਟੱਚ ਸੀ ਜਦੋਂ ਇੱਕ ਭੈਣ ਆਪਣੇ ਵੀਰ ਨੂੰ ਉਸਦੇ ਚੀਰੇ ਨੂੰ ਪੱਗ ਨਾਲ ਕਲਗੀਆਂ ਨਾਲ ਸਜਾਉਂਦੀ ਸੀ, ਉਸਦੀ ਜੋ ਅਸੀਸ ਸੀ ਨਾ, ਅਸੀਂ ਕਿਤੇ ਨਾ ਕਿਤੇ ਉਸ ਨੂੰ ਵੀ ਭੁੱਲ ਗਏ। ਇਹ ਗੀਤਾਂ ਨੂੰ ਅਸੀਂ ਭੁੱਲਦੇ ਚਲੇ ਗਏ। ਗੁਰੂ ਪਾਤਸ਼ਾਹ ਨਾ ਇਹ ਸਾਰੀ ਚੀਜ਼ਾਂ ਨੂੰ ਨਾ ਇੱਕ ਤਰ੍ਹਾਂ ਨਾਲ ਪ੍ਰੀਜ਼ਰਵ ਕਰਕੇ ਸਾਨੂੰ ਦੇ ਰਹੇ ਨੇ, ਲੇਕਿਨ ਇੱਕ ਚੀਜ਼ ਕਰੇ ਨੇ ਸਾਨੂੰ ਉਹਦੇ ਵਿੱਚ ਇੱਕ ਐਂਗਲ ਦੇ ਰਹੇ ਨੇ ਕਿ ਜੇ ਤੈਨੂੰ ਗੀਤ ਹੀ ਗਾੜੇ ਨੇ ਨਾ ਤੂੰ ਇਵੇਂ ਗਾ, ਤੈਨੂੰ ਘੋੜੀਆਂ ਗਾੜੀਆਂ ਨੇ ਤੂੰ ਇਵੇਂ ਗਾ ਕਿ ਤੈਨੂੰ ਸਮਝ ਆਏ। ਅੱਜ ਜਦੋਂ ਅਸੀਂ ਇਹਨਾਂ ਘੋੜੀਆਂ ਨੂੰ ਸਮਝਾਂਗੇ ਨਾ, ਗੁਰੂ ਪਾਤਸ਼ਾਹ ਜੀ ਇਹਦੇ ਵਿੱਚ ਇੱਕ ਟੈਕਨੀਕ ਵਰਤ ਕਰ ਰਹੇ ਨੇ ਜਿਸ ਨੂੰ ਕਹਿ ਰਹੇ ਨੇ ਐਲੀਗਰੀ, ਜਾਨਵਰ ਦਾ ਇੱਕ ਉਦਾਹਰਨ ਦੇ ਕੇ ਸਾਨੂੰ ਇੱਕ ਮੋਰਲ ਲੈਸਨ ਦੇ ਰਹੇ ਨੇ that this is what you really got to do। ਤਾਂ ਆਓ ਅੱਜ ਅਸੀਂ ਹੁਣ ਤਿਆਰੀ ਕਰ ਰਿਹਾ ਨਾ, ਜਾ ਰਿਹਾ ਵਿਆਹ ਲਈ, ਤਾਂ ਸਮਝ ਤਾਂ ਚੱਲੇ ਕਿ ਸਾਨੂੰ ਤਿਆਰੀ ਕਿਹੜੀ ਕਰਨੀ ਹੈ। ਆਓ ਸਮਝੀਏ ਦੇ ਤੇ ਜਣਜੀ ਰਾਮ ਉਪਾਇਆ ਰਾਮ। वडहंस महला चौथा, कोणिया एक ओंकार सत गुर प्रसाद। देह तेजन जी, देह तेजन जी, राम उपाया राम, राम उपाया राम। तन मानस जन्म पुन पाया राम, मानस जन्म पुन पाया राम, राम उपाया राम। देह तेजन जी, राम उपाया राम। मानस जन्म वड पुने पाया,
रंगड़िया हर 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 नव रंगड़िया राम उपाया राम देहे ते जन जी राम उपाया राम राम उपाया राम एह देह सोबांकी जित हर जापी एह देह सोबांकी जित हर जापी हर हर नाम सुहाविया हर हर नाम सुहाविया वड पागी पाई नाम सखाई वड पागी पाई नाम सखाई जन नानक राम उपाया जन नानक राम उपाया राम उपाया राम कोड़ी देहे ते जन जी देहे ते जन जी राम उपाया राम राम उपाया राम ਘੋੜੀ ਇੱਕ ਜ਼ਰੀਆ ਸੀ ਆਪਣੀ ਮੰਜ਼ਿਲ ਤੱਕ ਪਹੁੰਚਣੇ ਦਾ, ਇੱਕ ਸਾਨੂੰ ਇੱਕ ਮੀਡੀਅਮ ਸੀ ਆਪਣੀ ਏਮ ਵੱਲ ਲੈ ਕੇ ਜਾਣ ਦਾ। ਗੁਰੂ ਪਾਤਸ਼ਾਹ ਕਹਿ ਰਹੇ ਨੇ ਕਿ ਜਦੋਂ ਤੂੰ ਇਸ ਮਨੁੱਖੀ ਜੀਵਨ ਵਿੱਚ ਆਪਣੇ ਗੋਲ ਵੱਲ ਜਾਣ ਦੀ ਕੋਸ਼ਿਸ਼ ਕਰੇਗਾ, ਤੂੰ ਘੋੜੀ ਨੂੰ ਪਹਿਲੇ ਤਿਆਰ ਕਰੇਗਾ ਨਾ, ਤੇਰੇ ਜੋ ਜੀਵਨ ਹੈ ਤੇ ਤੂੰ ਦੇਹ ਰੂਪੀ ਜਿਹੜੀ ਘੋੜੀ ਹੈ ਤੇਰੀ ਇਹ ਸਵਾਰੀ ਹੈ, ਤੈਨੂੰ ਇਸ ਨੂੰ ਤਿਆਰ ਕਰਨਾ ਹੈ, ਇਸ ਤੋਂ ਸੋਹਣਾ ਬਣਾਉਣਾ ਹੈ। ਜਦੋਂ ਵਿਆਹ ਲਈ ਮੁੰਡਾ ਤੁਰਦਾ ਹੈ ਤਾਂ ਉਹ ਜੋ ਘੋੜੀ ਹੁੰਦੀ ਹੈ ਉਸ ਤੇ ਅੱਛੇ ਕੱਪੜੇ ਆਭੂਸ਼ਣ ਪਾਏ ਜਾਂਦੇ ਨੇ ਨਾ। ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਇਸ ਤੇ ਨਹੀਂ ਸੱਚਾ ਰੰਗ ਚਾੜ, ਇੱਕ ਚਲੂਲਾ ਰੰਗ ਚਾੜ ਜੋ ਕਦੇ ਨਾ ਉਤਰੇ। ਬਾਕੀ ਸਾਰੇ ਕੱਚੇ ਰੰਗ ਉਤਰ ਜਾਣਗੇ ਲੇਕਿਨ ਇਹ ਸੱਚ ਦਾ ਰੰਗ ਚਾੜ ਜੋ ਕਦੀ ਨਾ ਉਤਰੇ। ਇਸ ਦੇ ਨਾਲ ਤੂੰ ਸੋਹਣਾ ਬਣਾ, ਕਿਉਂਕਿ ਜਦੋਂ ਤੂੰ ਇਸ ਨਾਲ ਸੋਹਣਾ ਬਣਾਏਗਾ ਤੇਰੇ ਅੰਦਰ ਜੋ ਰਾਮ ਦੀ ਅੰਸ਼ ਹੈ ਤੂੰ ਉਸ ਤੋਂ ਪਹਿਚਾਣਨ ਦੇ ਕਾਬਿਲ ਬਣ ਜਾਏਗਾ। ਜਦ ਤੂੰ ਇਹ ਦੇਹ ਰੂਪੀ ਘੋੜੀ ਨੂੰ ਤਿਆਰ ਇਵੇਂ ਕਰੇਗਾ, ਤੂੰ ਇਸ ਤੋਂ ਇਸ ਤਰ੍ਹਾਂ ਬਾਂਕਾ ਬਣਾ, ਇਸ ਤਰ੍ਹਾਂ ਸੋਹਣਾ ਬਣਾ। ਹੁਣ ਤੈਨੂੰ ਇਸ ਤੋਂ ਸੋਹਣਾ ਤਾਂ ਬਣਾ ਰਿਹਾ ਤੂਨੇ, ਅਬ ਤੈਨੂੰ ਸਮਝ ਆ ਗਿਆ ਕਿ ਤੇਰੀ ਜੋ ਘੋੜੀ ਹੈ ਉਹ ਦੇਹ ਹੈ, ਇਸ ਦੇਹ ਵਿੱਚ ਰਹਿ ਕੇ ਤੈਨੂੰ ਇੱਕ ਮਨੁੱਖੀ ਜੀਵਨ ਵਿੱਚ ਇੱਕ ਮੰਜ਼ਿਲ ਜੋ ਹੈ ਉਹ ਅਚੀਵ ਕਰਨੀ ਹੈ। ਹੁਣ ਸੋਹਣਾ ਤਾਂ ਬਣਾਉਣਾ, ਉਸ ਤੋਂ ਇੱਕ ਸਟੇਬਿਲਿਟੀ ਦੇਣੀ ਪਏਗੀ ਨਾ। ਜੋ ਰਾਈਡਰ ਹੁੰਦਾ ਹੈ ਘੋੜੀ ਦੇ ਉੱਤੇ ਸਵਾਰ ਹੋ ਕੇ ਉਹ ਰਾਈਡ ਕਰਨ ਲਈ ਉਸ ਤੋਂ ਮੇਨ ਮਕਸਦ ਹੁੰਦਾ। ਹੁਣ ਸਟੇਬਿਲਿਟੀ ਤੂੰ ਕਿਵੇਂ ਦੇਗਾ? ਗੁਰੂ ਪਾਤਸ਼ਾਹ ਕਹਿ ਰਹੇ ਨੇ ਦੇ ਪਾਵੋ ਜੀਨ ਬੁਝ ਚੰਗਾ ਰਾਮ। देहे पावो जीन बुझ चंगा राम देहे पावो जीन बुझ चंगा राम चढ़ लंगा जी बिखम पुयंगा राम चढ़ लंगा जी बिखम पुयंगा राम देहे पावो जीन बुझ चंगा राम देहे पावो जीन बुझ चंगा राम बिखम पुयंगा नत तरंगा गुरमुख पार लंगाए बिखम पुयंगा नत तरंगा गुरमुख पार लंगाए
सबद तराए। हर बोहित चढ़वड पागी लंगे गुर खेवट शब्द तराए। देहे पावो जीन बुझ चंगा राम। देहे पावो जीन बुझ चंगा राम। अन दिन हर रंग हर गुण गावे हर रंगी हर रंग रंगा। अन दिन हर रंग हर गुण गावे हर रंगी हर रंगा। जन नानक निर्वाण पद पावे हर उत्तम हर पद चंगा। जन नानक निर्वाण पद पाया हर उत्तम हर पद चंगा। देहे पावो जीन बुझ चंगा राम। देहे पावो जीन बुझ चंगा राम। देहे पावो जीन बुझ चंगा राम। ਇੱਕ ਘੋੜੀ ਦੇ ਉੱਤੇ ਇੱਕ ਜੀਨ ਜੋ ਹੁੰਦੀ ਹੈ, ਇੱਕ ਕਾਠੀ ਜੋ ਹੁੰਦੀ ਹੈ, ਉਹ ਰਾਈਡਰ ਨੂੰ ਇੱਕ ਸਟੇਬਿਲਿਟੀ ਦਿੰਦੀ ਹੈ, ਕਿਉਂਕਿ ਜੇ ਉਹ ਘੋੜੀ ਤੇ ਸਿੱਧਾ ਬੈਠੇਗਾ, ਘੋੜੀ ਇੱਥੇ ਜਾਏਗੀ, ਘੋੜੀ ਉੱਥੇ ਜਾਏਗੀ, ਰਸਤੇ ਵਿੱਚ ਰੋੜੇ ਆਣਗੇ, ਖੱਡੇ ਆਣਗੇ, ਡਿੱਗ ਜਾਏਗਾ। ਗੁਰੂ ਪਾਤਸ਼ਾਹ ਕਹਿੰਦੇ ਨੇ ਤੈਨੂੰ ਜ਼ਿੰਦਗੀ ਵਿੱਚ ਇੱਕ ਸਟੇਬਿਲਿਟੀ ਚਾਹੀਦੀ ਹੈ ਨਾ, ਤੂੰ ਸਟੇਬਿਲਿਟੀ ਲਈ ਨਾ ਗੁਣਾਂ ਦੀ ਇਸ ਘੋੜੀ ਦੇ ਉੱਤੇ ਇਸ ਜੀਵਨ ਦੇ ਵਿੱਚ ਇੱਕ ਕਾਠੀ ਪਾ। जब तू गुणा दी काठी पाएगा ना, तो पावे तेरी जिंदगी में पता नहीं कितनियां ही अवकटा क्यों ना आण, तू हमेशा अपने सेंट्रल एक्सिस से वापस आएगा। तो अपने इक्विलिब्रियम ਨੂੰ ਕਦੀ ਨਹੀਂ ਛੋੜੇਗਾ, ਕਿਉਂਕਿ ਤੂਨੇ ਉਸ ਤੋਂ ਆਪਣਾ ਸੈਂਟਰਲ ਐਕਸਿਸ ਬਣਾ ਲਿਆ, ਗੁਣਾ ਨੂੰ ਤੂਨੇ ਆਪਣਾ ਵੈਂਟੇਜ ਪੁਆਇੰਟ ਬਣਾ ਲਿਆ। ਹੁਣ ਇੱਕ ਹੋਰ ਐਡਵਾਂਟੇਜ ਹੁੰਦੀ ਹੈ ਕਾਠੀ ਦੀ। ਕੀ ਹੁੰਦਾ ਹੈ, ਜਦੋਂ ਇੱਕ ਘੁੜਸਵਾਰ ਇੱਕ ਕਾਠੀ ਦੇ ਉੱਤੇ ਸਵਾਰ ਹੁੰਦਾ ਹੈ, ਉਹ ਇੱਕ ਹਾਈਟ ਤੇ ਪਹੁੰਚ ਜਾਂਦਾ, ਉਸਦਾ ਜੋ ਸੈਡਲ ਹੁੰਦਾ ਹੈ ਉਸ ਤੋਂ ਇੱਕ ਤਰ੍ਹਾਂ ਨਾਲ ਇੱਕ ਐਲੀਵੇਸ਼ਨ ਦੇ ਦਿੰਦਾ ਹੈ। ਹੁਣ ਉਹ ਐਲੀਵੇਸ਼ਨ ਪੋਜੀਸ਼ਨ ਤੇ ਹੁੰਦਾ ਹੈ, ਤਾਂ ਉਹ ਦੇਖ ਸਕਦਾ ਹੈ ਜਿਵੇਂ ਇੱਥੇ ਜਾਵਾਂਗਾ ਤੇ ਇਹ ਹੋਏਗਾ, ਉੱਥੇ ਜਾਏਗਾ ਇਹ ਹੋਏਗਾ। ਉਸੇ ਇੱਕ ਡਾਇਰੈਕਸ਼ਨ ਮਿਲ ਜਾਂਦੀ ਹੈ ਰਸਤੇ ਵਿੱਚ, ਬਿਕੋਜ਼ ਉਸਨੂੰ ਦੇਖ ਸਕਦਾ ਹੈ ਕਲੀਅਰਲੀ ਉਸਦੇ ਅੱਗੇ ਕੀ ਹੈ। ਜਦੋਂ ਗੁਣਾ ਦੀ ਕਾਠੀ ਦੇ ਉੱਤੇ ਮੈਂ ਸਵਾਰ ਹੁੰਦਾ ਨਾ, ਮੈਨੂੰ ਵੀ ਪਤਾ ਚੱਲ ਜਾਂਦਾ ਹੈ ਕਿ ਮੈਨੂੰ ਕਿੱਥੇ ਵਾਪਸ ਆਣਾ, ਮੈਨੂੰ ਕਿੱਥੇ ਆਪਣੇ ਸੈਂਟਰਲ ਐਕਸਿਸ ਤੇ ਵਾਪਸ ਆਣਾ। ਹੁਣ ਜਦੋਂ ਮੈਨੂੰ ਇਹ ਪਤਾ ਚੱਲ ਗਿਆ ਹੁਣ ਕੀ ਹੋਏਗਾ ਜੇ ਮੇਰਾ ਜੋ ਘੋੜਾ ਹੈ ਉਹ ਬੇਕਾਬੂ ਹੋ ਗਿਆ। ਬੇਕਾਬੂ ਘੋੜੇ ਨੂੰ ਇੱਕ ਲਗਾਮ ਲੱਗ ਗਏ, ਇੱਕ ਚਾਬਕ ਲੱਗਦਾ, ਉਸ ਤੋਂ ਸੱਟ ਪਏ ਤੇ ਉਹ ਵਾਪਸ ਆਏ। ਹੁਣ ਉਹ ਸੱਟ ਕਿਹੜੀ ਪੈਣੀ ਹੈ? ਗੁਰੂ ਪਾਤਸ਼ਾਹ ਕਹਿੰਦੇ ਨੇ ਘੜਿਆਲ ਮੁਖੇ ਗੁਰ ਗਿਆਨ ਦ੍ਰਿੜਾਇਆ ਰਾਮ, ਤਨ ਪ੍ਰੇਮ हर चाबक लाया राम। तन प्रेम हर चाबक लाया राम। हर चाबक लाया राम। कड़ियाल मुखे गुर ज्ञान दृढ़ाया राम। कड़ियाल मुखे गुर ज्ञान दृढ़ाया राम। हर चाबक लाया राम। हर चाबक लाया राम। तन प्रेम हर चाबक लाया राम। तन प्रेम हर हर लाए चाबक मन जिने गुरमुख जीत्या। तन प्रेम हर हर लाए चाबक मन प्रेम जिने गुरमुख जीत्या। अकड़ उकड़ावे शब्द पावे अप्यो हर रस पीतिया। अकड़ उकड़ावे शब्द पावे अप्यो हर रस पीतिया। प्यो हर रस पीतिया। प्यो हर रस पीतिया। हर चाबक लाया राम। तन प्रेम हर चाबक लाया राम। सुन श्रवण बाणी गुर वखाणी हर रंग तुरी चढ़ाया।
सुन श्रवण बाणी गुर वखाणी हर रंग तुरी चढ़ाया महामार्ग पंथ बिखड़ा जन नानक पार लंघाया महामार्ग पंथ बिखड़ा जन नानक पार लंघाया जन नानक पार लंघाया जन नानक पार लंघाया जन नानक पार लंघाया तन प्रेम हर चाबक लाया राम कड़याल मुखे गुर ज्ञान दृढ़ाया राम कड़याल मुखे गुर ज्ञान दृढ़ाया राम तन प्रेम हर चाबक लाया राम हर चाबक लाया राम। ਇੱਕ ਬੇਕਾਬੂ ਘੋੜਾ ਜਦੋਂ ਹੋ ਜਾਂਦਾ ਹੈ ਨਾ, ਉਸਦੀ ਜਿਹੜੀ ਲਗਾਮ ਨੂੰ ਉਸ ਤੋਂ ਖਿੱਚਿਆ ਜਾਂਦਾ ਹੈ ਨਾ, ਤਾਂ ਜ਼ੋਰ ਦੀ ਹੀਂਗ ਮਾਰਦਾ ਹੈ ਕਿ ਅਰੇ ਮੈਨੂੰ ਵਾਪਸ ਆਣਾ ਹੈ, ਮੈਂ ਕਿੱਥੇ ਜਾ ਰਿਹਾ ਸੀ। ਗੁਰੂ ਪਾਤਸ਼ਾਹ ਕਹਿ ਰਹੇ ਨੇ ਤੂੰ ਆਪਣੇ ਜੋ ਤਨ ਦਾ ਘੋੜਾ ਹੈ ਨਾ, ਉਸ ਨੂੰ ਲਗਾਮ ਦੇ, ਗਿਆਨ ਦੀ ਲਗਾਮ ਦੇ, ਕਿ ਉਸ ਨੂੰ ਪਰਖ ਆ ਜਾਏ ਕਿ ਮੈਂ ਕਿੱਥੇ ਚੱਲਣ ਲੱਗਿਆ ਸੀ। ਔਰ ਇਹ ਜੋ ਗੱਲ ਗੁਰੂ ਪਾਤਸ਼ਾਹ ਇੱਥੇ ਕਹਿ ਰਹੇ ਨੇ, ਉਹੀ ਗੱਲ ਨਾ ਭਗਤ ਕਬੀਰ ਸਾਹਿਬ ਵੀ ਕਹਿੰਦੇ ਨੇ। ਉਹ ਕਹਿੰਦੇ ਨੇ ਦੇ ਮੁਹਾਰ ਲਗਾਮ ਪਹਿਰਾਵੋ ਸਗਲ ਤੇ ਜੀਨ तुझे दोहरावो चल रहे बेखुंड तुझे ले तारो हिचे तब प्रेम के चाबक मार। गुरु पातशाह कह रहे ने गल देखो कितनी बरीक कह रहे ने प्रेम दी सट तेनू मारांगा मैं। हुण प्रेम दी सट तो समझा पाएगा कि वो सट की हुण प्यार विच की हुंदा है। प्यार विच कदी भी प्यारे दी शर्त जो है वो मन्नी जांदी है, क्योंकि जिस प्यारे से ने तिस आगे मर चली है। ਜਦੋਂ ਮੇਰਾ ਇਹ ਮਨ ਵਾਲਾ ਘੋੜਾ ਬੇਕਾਬੂ ਹੋਣ ਲੱਗ ਪਿਆ, ਇੱਥੇ ਉੱਥੇ ਜਾਣ ਲੱਗਿਆ, ਡਿੱਗਣ ਡੋਲਣ ਲੱਗ ਪਿਆ ਨਾ, ਸੋ ਜਿਵੇਂ ਹੀ ਪਿਆਰ ਦੀ ਸੱਟ ਪਈ ਨਾ, ਜੋ ਸਮਝ ਆ ਗਿਆ ਕਿ ਅਸਲ ਵਿੱਚ ਮੈਨੂੰ ਬੈਕੁੰਠ ਦੀ ਜੋ ਸਵਾਰੀ ਕਰਨੀ ਸੀ, ਜੋ ਭਗਤ ਕਬੀਰ ਸਾਹਿਬ ਵੀ ਕਹਿ ਰਹੇ ਨੇ ਚੱਲ ਰਿਹਾ ਬੈਕੁੰਠ ਤੁਝੇ ਲੈ ਤਾਰੂ, ਕਿ ਤੈਨੂੰ ਜੋ ਬੈਕੁੰਠ ਦੀ ਸਵਾਰੀ, ਤੈਨੂੰ ਜੋ ਇਸ ਸਰੀਰ ਵਿੱਚ ਤੈਨੂੰ ਜੋ ਬੈਕੁੰਠ ਬਣਾਉਣਾ ਸੀ, ਤੈਨੂੰ ਜੋ ਸਵਰਗ ਰੂਪੀ ਜ਼ਿੰਦਗੀ ਸਜਾਣੀ ਸੀ, ਐਕਚੁਅਲ ਵਿੱਚ ਉਹ ਗੁਣਾਂ ਦੇ ਨਾਲ ਸਵਾਰਨੀ ਸੀ, ਤੈਨੂੰ ਉਹ ਗਿਆਨ ਦੇ ਨਾਲ ਸਵਾਰਨੀ ਸੀ। ਜਿਵੇਂ ਹੀ ਉਹ ਪ੍ਰੇਮ ਦੀ ਸੱਟ ਪਈ ਨਾ, ਤੈਨੂੰ ਸਮਝ ਆ ਗਿਆ ਤੇਰਾ ਮਨ ਜੋ ਹੈ ਨਾ ਉਹ ਅਲੜ ਹੋ ਗਿਆ, ਉਸ ਸਮਝ ਨਹੀਂ ਹੈ, ਉਹ ਇੱਥੇ ਉੱਤੇ ਡੋਲਣ ਲੱਗ ਪਿਆ। ਉਹ ਪ੍ਰੇਮ ਦੀ ਸੱਟ ਪਈ, ਉਹ ਫਿਰ ਆਪਣੇ ਸਿੱਧੇ ਰਾਹ ਤੇ ਆ ਗਿਆ। ਹੁਣ ਤੂੰ ਪੂਰਾ ਤਿਆਰ ਹੋ ਗਿਆ, ਤੈਨੂੰ ਪਤਾ ਚੱਲ ਗਿਆ ਤੇਰੇ ਕੋਲ ਉਹ ਸਾਰੀ ਚੀਜ਼ਾਂ ਨੇ ਜਿਸ ਤਰ੍ਹਾਂ ਤੈਨੂੰ ਸਵਾਰੀ ਕਰਨੇ। ਤੇਰੇ ਕੋਲ ਸੈਡਲ ਵੀ ਹੈ, ਤੇਰੇ ਕੋਲ ਬ੍ਰਿਡਲ ਵੀ ਹੈ। ਬ੍ਰਿਡਲ ਕੀ ਕਰਦਾ ਹੈ, ਜੋ ਆਪਣੀ ਲਗਾਮ ਹੈ ਉਹ ਰੋਕ ਦਿੰਦੀ ਹੈ। ਰੋਕੜੇ ਵਾਲੀ ਚੀਜ਼ ਵੀ ਹੈ, ਲਗਾਮ ਦੀ ਚੀਜ਼ ਵੀ ਹੈ ਕਿ ਇੱਕ ਸੱਟ ਪਏ ਤਾਂ ਤੂੰ ਫਿਰ ਤੋਂ ਰਸਤੇ ਤੇ ਆ ਜਾਏ। ਹੁਣ ਤਾਂ ਤੂੰ ਪੂਰਾ ਤਿਆਰ ਹੋ ਗਿਆ ਘੋੜੀ ਤੇ ਚੜਨ ਲਈ। ਹੁਣ ਤਿਆਰ ਹੋ ਗਿਆ ਤਾਂ ਆਪਣੀ ਜਰਨੀ ਵੱਲ ਜਾਣ ਲਈ ਤੂੰ ਸਟਾਰਟ ਕਰ ਰਿਹਾ ਹੈ, ਤਾਂ ਤੈਨੂੰ ਸਮਝ ਆਉਂਦੀ ਹੈ ਘੋੜੀ ਤੇ ਜਣ ਦੇ ਰਾਮ ਉਪਾਇਆ ਰਾਮ। ਘੋੜੀ ਤੇ ਜਣ ਦੇ, ਘੋੜੀ ਤੇ ਜਣ ਦੇ ਰਾਮ ਉਪਾਇਆ राम उपाया राम। जित हर प्रभ जापे सातन तन तु खाया राम, तु खाया राम, राम उपाया राम उपाया राम। जित हर प्रभ जापे सातन सबासे, जित हर प्रभ जापे सातन सबासे, तुर पाया किरत जुड़न दा, तुर पाया किरत जुड़न दा। चढ़ दे हड़ कोड़ी बिखम
राम उपायारा। हर हर काज रचाया पूरे, मिल संत जना जज आई। हर हर काज रचाया पूरे, मिल संत जना जज आई। जन नानक हर वर पाया, मंगल मिल संत जना बधाई। जन नानक हर वर पाया, मंगल मिल संत जना बधाई। बधाई राम उपायारा। कोड़ी ते जन दे राम उपायारा। जित हर प्रभ जापे, सातन तन सुखाया। राम राम उपायारा। राम उपायारा। ਹੁਣ ਜਦੋਂ ਮੈਂ ਤਿਆਰ ਹੋ ਕੇ ਨਿਕਲਿਆ ਨਾ, ਮੈਨੂੰ ਸਮਝ ਆਇਆ ਕਿ ਉਹ ਜੋ ਰਾਮ ਦੀ ਅੰਸ਼ ਹੈ ਨਾ, ਜਿਸ ਘੋੜੀ ਨੂੰ ਮੈਂ ਤਿਆਰ ਕੀਤਾ, ਉਹ ਤਾਂ ਮੇਰੇ ਅੰਦਰ ਹੀ ਹੈ। ਹੁਣ ਜਦੋਂ ਇਹ ਸਮਝ ਆ ਗਿਆ, ਹੁਣ ਇੱਕ ਏਮ ਸੀ ਮੇਰਾ। ਉਹ ਏਮ ਕੀ ਸੀ ਕਿ ਮੈਨੂੰ ਮੇਰੇ ਕੰਠ ਨੂੰ ਪਾਣਾ ਸੀ, ਮੈਨੂੰ ਕਾਜ ਰਚਾਣਾ ਸੀ। ਜੋ ਏਮ ਸੀ ਉਹ ਮੈਨੂੰ ਸਮਝ ਆ ਗਿਆ ਕਿ ਮੈਨੂੰ ਕਿਵੇਂ ਕਰਨਾ ਹੈ। ਹਰ ਜਪ ਜਪ ਕਰਕੇ ਕਰਨਾ ਹੈ। ਹਰ ਜਪ ਜਪ ਕਰਕੇ मतलब अपनी रिस्पॉन्सिबिलिटी ਨੂੰ ਸਮਝ ਕੇ जो सारी तैयारी मैंने की थी, जो मैंने सच दी, जो मैंने ज्ञान दी लगाम लगाई सी, जो प्रेम दे चाबक दी, सारी तैयारी जो मैंने की थी ना, हुण जब मैं अपनी जिंदगी उस तैयारी दे नाल बतीत करदा, जिंदगी विच हुण कुछ भी आंदा है ना, मैं उसको फाइट करने दी वो पूरी मेरे अंदर ताकत है, बिकॉज आई अंडरस्टूड माई रिस्पॉन्सिबिलिटी। और हर जगह हुण की है, बधाइयां ही ने, शाबाशी है, खुशी खेड़ा ही है, क्योंकि मेरा जो गोल सी कंठ पाने का, जो मेरा जो गोल सी कार रचाने का, जो एक ही चीज है वो मैंने अचीव कर लिया। मैंने समझ आ गया कि असल विच पल्ले तो मैंने ये बनना सी, सुहेला मेरा जगत तो इस दे नाल होना सी। लेकिन अफसोस की होया कि मैंने ना नू विसार दिता, ना नू विसार दिता, उसके हिसाब से अपना जगत रच दिता। इसलिए सोई दुहेला जग जिन नाओ विसारिया।
दिता तकण को पत मेरी दाना बिना साई मैडा नानक सार न जाना तेरी नानक सार ना जाना तेरी। सोई दोहेला जग जिन नाव विसारिया 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 जिस खसम न आवे चित सो खरो अहंकारिया 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 सोई दोहेला जग जिन नाव विसारिया सोई दोहेला जग जिन नाव विसारिया सोई दोहेला जग जिन नाव विसारिया। सभे दुख संताप सभे दुख संताप जा तो धो पुलिया जा तो धो पुलिया जे की चन लख उपाव जे की चन लख उपाव ता कही ना बोलिए ता कही ना बोलिए सोई दोहेला जग जिन नाव विसारिया सोई दोहेला जग जिन नाव विसारिया जिस खसम न आवे चित सो करो अहंकारिया 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 सोई दोहेला जग जिन नाव विसारिया सोई दोहेला जग जिन नाव विसारिया
सोई दोहेला जग जिन नाऊ सारिया। जिस खसम न आवे चित, जिस खसम न आवे चित, तिस जम दंड दे, तिस जम दंड दे। जिस खसम न आवे चित, जिस खसम न आवे चित, रोगी से गणे, रोगी से गणे। सोई दोहेला जग जिन नाऊ सारिया। सोई दोहेला जग जिन नाऊ सारिया। जिस खसम न आवे चित सो खरो अहंकारिया। 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 सोई दोहेला जग जिन नाऊ सारिया। सोई दोहेला जग जिन नाऊ सारिया। श्लोक मैला पंजवा। उस्तत निंदा नानक जी, मैं हब वंजाए छोड़िया। अब किज त्यागे, हबे साक कुड़ावे डठे। ताऊ पल्ले तैड लागी, तो पल्ले तैड लागी। मैला पंजवा। फिर दी नानक जियो, हाँ फावी थी बहुत दिसावर पंधा। ताहू सुख सुखाली सुती, जहाँ गुर मिल सज्जन मैं लधा। ताहू सुख सुखाली सुती, जहाँ गुर मिल सज्जन मैं लधा। जहाँ गुर मिल सज्जन मैं लधा। सोई दोहेला जग जिन नाऊ
जिस खसम न आवी चित सो खरो अहंकारिया। 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 सोई दुहेला जग जिन नाओ विसारिया। सोई दुहेला जग, सोई दुहेला जग, सोई दुहेला जग जिन नाओ विसारिया। वाहिगुरु जी का खालसा, वाहिगुरु जी की फतेह। प्रेम पटोला तैं शह दिता, टक्कन को पत मेरी। दाना बिना साई मैंडा, नानक सार न जाना तेरी। श्लोक महला पंजवा। उस्तत निंदा नानक, जी मैं हब वंजाई छोड़िया। हब किछ त्यागी, हब्बे साक कुड़ावे डिठे। हब्बे साक कुड़ावे डिठे, तो पल्ले टेंडे लगी। महला पंजवा। फिरदी फिरदी नानक जियो, हों फावी थी बहुत दिशावर पंधा। ताहों सुख सुखाली सुती, जां गुर मिल सज्जन में लद्दा। पौड़ी सबे दुख संताप, जां तुधों भुलिए। जे की चन लख उपाओ, तां कहीं न भुलिए। जिसनो विसरे नाओ, सो निर्धन कांडिए। जिसनो विसरे नाओ, सो जोनी हांडिए। जिस खसम न आवे चित, जिस खसम न आवे चित, तिस जम दंड दे। जिस खसम न आवी चित, रोगी से गणे। जिस खसम न आवी चित, सो खरो अंकारिया। सोई दुहेला जग, जिन नाओ विसारिया। जिस खसम न आवी चित, सो खरो अहंकारिया। सोई दुहेला जग, जिन नाओ विसारिया। प्यार वालियो, गुरबानी का एक बड़ा ही कीमती फैसला है। परथाए साखी महापुरख बोल दे, सांझी सगल जहान है। गुरबानी मनुख ले एक जीवन जाच है, बल्कि गुरु साहब ते बिल्कुल स्पष्ट कर देंदे ने, सतगुर की बानी सत स्वरूप है। पर अगला नुक्ता बड़ा प्यारा है। गुरु साहब कहते ने सतगुर की बानी सत स्वरूप है, अगे कहते ने गुरबानी बनिए। खेल पूरी समझण वाली सी गुरबानी बनन वाली, पर साडे नाल एक दुखांत वापरिया कि असी गुरबानी नू जिंदगी जीन नाल नहीं एसोसीएट किया। गुरबानी नू जिंदगी जीन दा एक मकसद, एक पाथ, एक वे ऑफ लाइफ ना समझिया। असी बस केवल रस्म पूर्ति तक उलझ के सीमित रह गए। आओ
ਅੱਜ ਅਸਾਂ जिस पौड़ी का हुणे ही बड़े ही प्यार नाल गायन किया गया है, असां कई बारी समझे हाँ, बट कई अनेक बंदे जड़े नवे नवे अज जुड़े हैं। गुरबानी विच जिधर भी जेड़े शब्दां दे विच रहाव आंदा है, रहाव शब्द का सेंट्रल आइडिया, केंद्री भाव, जिन्हां शब्दां दे विच दो रहाव हुंदे ने, एक रहाव सवाल ते दूजा जवाब, ते वार दा भाव है पौड़ी दा इकट्ठ, जो हुणे ही पौड़ी गाई गई है और रामकली की वार विचों है। पौड़ी का सेंट्रल भाव पौड़ी की अखीरली पंक्ति विच हुंदा है, ते गुरु अर्जन साहब ने जो पौड़ी दे नाल रलदे उस टॉपिक नाल जुड़ते हुए श्लोक ने वो दर्ज कर दिते, जिवें अज दे पौड़ी दे नाल श्लोक महला पंजवां ते महला पंजवां दर्ज हो गया। वो श्लोक दर्ज होने तो बाद जिहड़े श्लोक बच गए सी, वधे हुए सी, वो एक वखरा सिरलेख आया श्लोक 12 ते वधीक। गुरु साहब सानू अज इस श्लोक राही, पौड़ी राही ते नाल नाल जो चीज़ां असी कुछ कुछ व्याह नाल जोड़ लियां, इहदे विच कोई दो राय नहीं कि ओ श्लोक, ओ पंक्तियां, ओ शब्द भावें लड़का लड़की ते टुकदे ने, पर परथाए साखी महापुरख बोलदे सांझी सगल जहाने। बानी दा हर नुक्ता हर मनुख ने अपनी जिंदगी दे विच किवें ढालना है ताकि साडी जिंदगी असल आनंद बन सके, जिसनूं कहंदे ने आनंद कारज। रल मिल के समझण दा, विचारन दा यतन करिए। विचार प्रारंभ करन तो पहला चलदी मर्यादा नूं मुख रखते हुए सारे फतेह दी सांझ पाइए। आखो जी वाहिगुरु जी का खालसा, वाहिगुरु जी की फतेह। पेयड़ है शह सेव तू, साहुरड़ है सुख वस, गुर मिल चज आचार सिख, तुद कदे ना लगे दुख। गुरु कोलों असी चज, गुरु कोलों असी आचार, गुरु कोलों असी जिंदगी जीन दी जुगती समझनी सी। ओ गुर ओ टेक्नीक ने मेरे मन नूं इहो जिहा बनाना सी कि मेरा मन हरजन ऐसा चाहिए जैसा हरि होए बन जाना सी, ओदा नतीजा निकलना सी, तुद कदे ना लगे दुख। मनुख जिंदगी दे विच जो बहुतांत काम करदा है, ओदे पिछे एक मनोरथ हुंदा है कि मैनूं जिंदगी दे विच सुख मिले, मैं दुखी ना होवां। ते सुख दा एक बड़ा एक सिमिलर वर्ड है जिन्हों कहते ने सुहेला, क्योंकि अज दी पौड़ी दे विच एक लफ्ज वरत्या गया है दोहेला। सोई दोहेला जग जिन नाओ विसारिया। हुण दोहेला दा विरोधा भाव, विरोधी शब्द है सुहेला। गुरु साहब कहते पे ने भलिया पुरखा, जे तू अपनी जिंदगी दे विच सुखी होना चाहता है ना, तू बिना मतलब रस्म पूर्तियां तक खड़ा है, तो बिना मतलब लोक लाज वाल खड़ा है, तो बिना मतलब दिखावे दे काम ते खड़ा है। जे तू असल विच सुखी होना चाहता है ना, अपनी जिंदगी नूं पहले सिंपल रखना सीख ले, कॉम्प्लिकेट बिना मतलब ना कर। जे तू जिंदगी नूं सिंपल रखेगा, फिर तू असल जिंदगी जिएगा किवें? गुरु साहब कहंदे ने उस्तत मन में कर निरंकार, कर मन मेरे सद व्यवहार। हुण बिल्कुल चीज स्पष्ट होगी कि सद व्यवहार करना, अपने कैरेक्टर नूं उच्चा लेके जाना, अपनी जिंदगी नूं सिंपल रखना ही उस्तत है। पर अगली पंक्ति वाल ध्यान दो। गुरु साहब कहंदे ने उस्तत मन में कर निरंकार, कर मन मेरे सद व्यवहार, निर्मल रसना अमृत पियो सदा सुहेला। कर ले जियो, लफ्ज वरतियो ने सुहेला। सुहेला दा भाव सुखी होना। भलिया पुरखा, तू जो करदा पिया ना, जद तक तू पैदा होया उस वक्त तेरी भुख दे कारण तेनू कदी रोना आए, जदों तेरी भुख की संतुष्टि हो गई तू चैन नाल सो गया। जिवें तू वड्डा होंदा गया, तू जो जो काम करदा रहा, बस तेरा एक मनोरथ सी, मैं सुखी होना चाहता। पर स्वै प्रचोल करके वेखी कि तू सुखी होया। जे नहीं होया, अज गुरु कहंदा पिया मैं तेनू राह दसांगा, पहले कारण दसांगा कि तू सुखी क्यों नहीं हो पाया, ते दूजा उस तो बाद मैं इलाज भी दसना, क्योंकि गुरु एक इहो जिहा सियाना वैद है जो केवल रोग नहीं दसदा, वो रोग दा कारण भी दसदे ते फिर दवाई भी दसदा। गुरु कहंदा पिया जे तू सुहेला समझदा पिया ना, ओ सुहेला, ओ सुखी तू जिंदगी दे विच होना पता है किवें? गुरपूरा, मेरा गुरपूरा, राम नाम जप सदा सुहेले, सगल बिनासे
ਰੋਗ ਕੂੜਾ। ਜੇ ਤੇਰਾ ਜ਼ਿੰਦਗੀ ਦੇ ਵਿੱਚ ਇਹ ਜੋ ਕੂੜ, ਇਹ ਜੋ ਰੋਗ ਆ ਗਿਆ ਹੈ ਨਾ, ਇਸ ਕਰਕੇ ਤੂੰ ਸੁਖੀ ਨਹੀਂ ਹੋ ਪਾ ਰਿਹਾ, ਤੂੰ ਬਲੇਮ ਕਰਦਾ ਆਇਆ ਅੱਜ ਤੱਕ ਦੂਜਿਆਂ ਤੇ। ਤੈਂ ਬਲੇਮ ਕਰਦਾ ਆਇਆ ਕਿ ਨਹੀਂ ਮੈਂ ਜਿਸ ਜਗ੍ਹਾ ਤੇ ਪੈਦਾ ਹੋਇਆ, ਤੈਂ ਬਲੇਮ ਕਰਦਾ ਆਇਆ ਕਿ ਜੋ ਮੇਰੇ ਆਸ-ਪਾਸ ਦੇ ਚੁਗਿਰਦੇ ਦੇ ਹਾਲਾਤ ਸੀ, ਜੋ ਲੋਕ ਲਾਜ ਸੀ, ਜੋ ਸਾਕ ਸੰਬੰਧੀ ਰਿਸ਼ਤੇਦਾਰੀ ਸੀ, ਉਸ ਕਰਕੇ ਮੈਂ ਦੁਖੀ ਹਾਂ, ਮੈਂ ਕੁਝ ਅਚੀਵ ਨਹੀਂ ਕਰ ਪਾ ਰਿਹਾ। ਜੇ ਮੈਂ ਯੂਐਸ ਦਾ ਪ੍ਰੈਜ਼ੀਡੈਂਟ ਹੁੰਦਾ ਨਾ, ਮੈਂ ਤੇ ਦੁਨੀਆ ਹਿਲਾ ਕੇ ਰੱਖ ਦੇਣੀ ਸੀ। ਜੇ ਮੈਂ ਯੂਐਨ ਦੇ ਵਿੱਚ ਹੁੰਦਾ ਨਾ, ਅੱਜ ਸਭ ਕੁਝ ਸੁਖੀ ਹੋਣਾ ਸੀ। ਆਪਣਾ ਘਰ ਤੇ ਸਾਂਭ ਨਹੀਂ ਸਕਿਆ ਤੇ ਦਾਅਵੇ ਵੱਡੇ ਵੱਡੇ ਕਰਦਾ। ਗੁਰੂ ਕਹਿੰਦਾ ਪਿਆ ਜੇ ਤੂੰ ਸੁਹੇਲਾ ਦੀ ਪਰਿਭਾਸ਼ਾ ਸਮਝਦਾ ਪਿਆ ਨਾ, ਤੇ ਸੁਹੇਲਾ ਦੀ ਪਰਿਭਾਸ਼ਾ ਤਾਂ ਹੀ ਹੋ ਪਾਏਗੀ, ਸੁਖੀ ਤੂੰ ਤਾਂ ਹੀ ਹੋ ਪਾਏਗਾ ਜੇ ਤੂੰ ਇੱਕ ਚੀਜ਼ ਸਮਝ ਲੈ, ਉਸਤਤ। ਤੇ ਉਸਤਤ ਸਮਝਣੀ ਕਿਵੇਂ? ਗੁਰਪੂਰਾ, ਮੇਰਾ ਗੁਰਪੂਰਾ, ਉਸ ਪੂਰੇ ਸੱਚੇ ਗਿਆਨ ਦੇ ਆਸਰੇ ਅਸਲ ਉਸਤਤ ਕੀ ਹੈ ਉਹ ਸਮਝ ਆਏਗੀ। ਅਸਲ ਉਸਤਤ ਕੀ ਹੈ? ਕਰਮਨ ਮੇਰੇ ਸਦ ਵਿਵਹਾਰ। ਹੁਣ ਜਦੋਂ ਥੋੜਾ ਨੁਕਤਾ ਖੁੱਲਣਾ ਸ਼ੁਰੂ ਹੋਇਆ ਕਿ ਜ਼ਿੰਦਗੀ ਦੇ ਵਿੱਚ ਸੁਖੀ ਹੋਣ ਦਾ ਜਿਹੜਾ ਜ਼ਰੀਆ ਹੈ ਉਹ ਹੈ ਆਪਣੀ ਜ਼ਿੰਦਗੀ ਨੂੰ ਸਿੰਪਲ ਰੱਖਣਾ, ਉਹ ਹੈ ਬਿਨਾਂ ਮਤਲਬ ਲੋਕ ਲਾਜ ਦੇ ਵਿੱਚ ਨਹੀਂ ਉਲਝੇ ਰਹਿਣਾ, ਉਹ ਹੈ ਸਦ ਵਿਵਹਾਰ ਕਰਨਾ, ਉਹ ਹੈ ਉਸ ਪੂਰੇ ਗੁਰੂ ਨਾਲ ਜੁੜ ਕੇ ਥਾਂ ਥਾਂ ਭਟਕ ਭਟਕ ਕੇ ਦੋ ਬੇੜੀਆਂ ਦੇ ਵਿੱਚ ਪੈਰ ਪਾਓਗੇ ਤੇ ਡੁੱਬੋਗੇ ਹੀ ਡੁੱਬੋਗੇ। ਆਪਣੀ ਜ਼ਿੰਦਗੀ ਨੂੰ ਸਿੰਪਲ ਰੱਖ ਕੇ ਤੂੰ ਸੁਹੇਲਾ ਹੋ ਸਕਦਾ ਹੈ। ਗੁਰੂ ਕਹਿੰਦਾ ਪਿਆ ਜੇ ਸੁਹੇਲਾ ਦਾ ਪਰਿਭਾਸ਼ਾ ਸਮਝ ਆ ਗਈ ਹੈ ਨਾ, ਆ ਹੁਣ ਮੈਂ ਤੈਨੂੰ ਦੂਜਾ ਪਾਸਾ ਦੁਹੇਲੇ ਦਾ ਵੀ ਦੱਸਦਾ। ਗੁਰੂ ਸਾਹਿਬ ਅੱਜ ਦੀ ਵਿਚਾਰ ਅਧੀਨ ਪੌੜੀ ਦੇ ਵਿੱਚ ਕਹਿੰਦੇ ਪਏ ਨੇ, ਸੋਈ ਦੁਹੇਲਾ ਜਗ ਜਿਨ ਨਾਉ ਵਿਸਾਰਿਆ। ਇਹ ਜਿਹੜਾ ਜਗ ਸੀ ਨਾ, ਮੇਰਾ ਸਰੀਰ ਸੀ, ਮੇਰੀ ਦੁਨੀਆ ਸੀ, ਮੇਰਾ ਜਗਤ ਸੀ, ਇਹਨੂੰ ਬੜਾ ਕੁਛ ਆਂਦਾ ਸੀ, ਇਹਨੂੰ ਬੜੀ ਚਲਾਕੀਆਂ, ਬੜੀ ਸਿਆਣਪਾ, ਬੜਾ ਹੀ ਇਹ ਦੁਨੀਆ ਨੂੰ ਨਾ ਆਪਣੇ ਸ਼ਬਦਾਂ ਦੇ ਜਾਲ ਵਿੱਚ ਉਲਝਾ ਕੇ ਇਹ ਦੱਸ ਸਕਦਾ ਸੀ ਮੈਂ ਕਿਤਨਾ ਸਿਆਣਾ, ਮੈਂ ਕਿਤਨਾ ਵੱਡਾ। ਪਰ ਗੁਰੂ ਸਾਹਿਬ ਕਹਿੰਦੇ ਪਏ ਨੇ ਪਤਾ ਤੇਰੀ ਅਸਲ ਹਾਲਤ ਕੀ ਹੈ? ਗੁਰੂ ਸਾਹਿਬ ਕਹਿੰਦੇ ਪਏ ਨੇ ਇਹ ਜਗਤ ਮਮਤਾ ਮੋਹ। ਪਤਾ ਕੀ ਨਹੀਂ ਹੈ? ਗੁਰੂ ਸਾਹਿਬ ਕਹਿੰਦੇ ਨੇ ਇਹ ਜਗਤ ਮਮਤਾ ਮੋਹ ਜੀਵਨ ਕੀ ਬਿਦਨਾ ਹੈ। ਤੈਨੂੰ ਬਸ ਇੱਕ ਚੀਜ਼ ਨਹੀਂ ਆ ਰਹੀ, ਉਹ ਕੀ ਹੈ? ਜ਼ਿੰਦਗੀ ਜੀਣੀ ਕਿਵੇਂ। ਪੈਦਾ ਤੇ ਤੂੰ ਹੋ ਗਿਆ ਕੁਦਰਤੀ ਨਿਯਮ ਦੇ ਅਨੁਸਾਰ, ਉਸ ਤੋਂ ਬਾਅਦ ਤੂੰ ਕੀ ਕਰਦਾ ਪਿਆ? ਤੂੰ ਕਦੀ ਸੋਚਦਾ ਹੀ ਨਹੀਂ ਪਿਆ ਕਿ ਮੈਂ ਅੱਜ ਤੱਕ ਕੀ ਕੀਤਾ, ਤੇ ਸੋਚਦਾ ਹੀ ਨਹੀਂ ਪਿਆ ਮੈਂ ਅੱਗੇ ਜਾ ਕਿਧਰ ਪਿਆ। ਜੋ ਮੈਂ ਕੱਲ ਵੀ ਅਰਜ਼ ਕੀਤਾ ਸੀ ਕਿ ਅਸੀਂ ਇਹ ਸੋਚ ਲਿਆ ਕਿ ਅਸੀਂ ਇੱਕ ਬੰਧਨ ਦੇ ਵਿੱਚ ਬੰਧਨ ਜਾ ਰਹੇ ਹਾਂ, ਜੇ ਬੰਧ ਗਏ ਤੇ ਫਿਰ ਅਸੀਂ ਆਜ਼ਾਦ ਕਦੀ ਨਹੀਂ ਹੋ ਪਾਵਾਂਗੇ। ਗੁਰੂ ਕਹਿੰਦਾ ਪਿਆ ਮੈਂ ਤੈਨੂੰ ਕਿਸੇ ਬੰਧਨ ਦੇ ਵਿੱਚ ਨਹੀਂ ਬੰਧਨਾ, ਮੈਂ ਤੈਨੂੰ ਇੱਕ ਰਿਸ਼ਤੇ ਦੇ ਵਿੱਚ ਜੋੜਨਾ ਹੈ, ਜਿਸ ਰਿਸ਼ਤੇ ਦੇ ਨਾਲ ਤੂੰ ਪਤਾ ਨਹੀਂ ਕੀ ਕੁਝ ਹਾਸਲ ਕਰ ਸਕਦਾ ਹੈ, ਬਾਸ਼ਰਤੇ ਤੂੰ ਉਸਤਤ ਦੀ ਪਰਿਭਾਸ਼ਾ ਸਮਝ। ਪਰ ਤੂੰ ਕੀਤਾ ਕਿ ਤੂੰ ਨਾਮ ਨੂੰ ਵਿਸਾਰ ਦਿੱਤਾ। ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਲਫ਼ਜ਼ ਹੁੰਦਾ ਹੈ ਵਿਛੜਨਾ, ਇੱਕ ਲਫ਼ਜ਼ ਹੁੰਦਾ ਹੈ ਵਿਸਰਨਾ। ਸੌਖੀ ਐਗਜ਼ਾਮਪਲ ਵਿੱਚ ਨਾਲ ਸਮਝ ਜਾਈਏ। ਇੱਕ ਛੋਟਾ ਬੱਚਾ ਹੈ, ਮੰਨ ਲਓ ਮੇਲੇ ਦੇ ਵਿੱਚ ਹੈ, ਬਾਜ਼ਾਰ ਵਿੱਚ ਹੈ, ਬੀਚ ਵਿੱਚ ਹੈ, ਉਹ ਆਪਣੇ ਪਿਓ ਦੇ ਨਾਲ ਹੈ। ਹੁਣ ਬਾਈ ਚਾਂਸ ਧੱਕਾ ਪਿਆ, ਜੋ ਮਰਜ਼ੀ ਹੋਇਆ, ਉਹਦੀ ਉਂਗਲ ਆਪਣੇ ਪਿਓ ਤੋਂ ਟੁੱਟ ਗਈ, ਉਹ ਕੀ ਹੋਇਆ? ਵਿਛੜ ਗਿਆ। ਹੁਣ ਜਦੋਂ ਵਿਛੜ ਗਿਆ ਉਹ ਚੀਕਾਂ ਮਾਏਗਾ, ਰੋਏਗਾ। ਹੁਣ ਬੰਦੇ ਲੱਭਣ ਦੀ ਕੋਸ਼ਿਸ਼ ਕਰਨਗੇ ਕਿ ਇਹਦਾ ਘਰ ਵਾਲੇ ਕਿਧਰ ਨੇ। ਜੇ ਵਿਛੜਿਆ ਤੇ ਮਿਲਾਪ ਹੋ ਸਕਦਾ। ਗੁਰੂ ਸਾਹਿਬ ਵੀ ਕਹਿੰਦੇ ਨੇ ਨਾ ਵਿਛੜਿਆ ਮੇਲੇ ਪ੍ਰਭੂ। ਪਰ ਇੱਕ ਦੂਜਾ ਪਾਸਾ ਹੈ ਉਹ ਵਿਸਰਨਾ ਹੈ। ਵਿਸਰਨ ਦਾ ਭਾਵ ਹੈ ਕਿ ਹੁਣ ਮੈਂ ਵਿਸਾਰ ਦਿੱਤਾ, ਹੁਣ ਮੈਂ ਉਹ ਰੱਬੀ ਗੁਨਾਹ ਨੂੰ ਆਪਣੀ ਜ਼ਿੰਦਗੀ ਵਿੱਚ ਉਹਦੀ ਅਹਿਮੀਅਤ ਛੱਡ ਦਿੱਤੀ ਹੈ। ਮੈਨੂੰ ਲੱਗਦਾ ਪਿਆ ਕਿ ਨਹੀਂ ਉਹਨਾਂ ਚੀਜ਼ਾਂ ਦੀ ਇੰਨੀ ਕੀ ਅਹਿਮੀਅਤ, ਧਰਮ ਨੂੰ ਆਪਣਾ ਫਰਜ਼ ਸਮਝਣ ਦੀ ਕੀ ਅਹਿਮੀਅਤ। ਮੈਂ ਧਰਮ ਤੇ ਸਮਝਾ ਆਇਆ, ਮੰਦਿਰ ਮਸਜਿਦ ਗੁਰਦੁਆਰੇ ਮੱਥਾ ਟੇਕਣਾ, ਚੜਾਵੇ ਦੇਣੇ, ਗੋਲਕਾਂ ਦੇ ਵਿੱਚ ਪੈਸੇ ਪਾਣੇ, ਇਹ ਮੈਂ ਕਰਦਾ ਪਿਆ। ਮੈਂ ਅਸਲ ਧਰਮ ਜੋ ਹੈ ਆਪਣੇ ਫਰਜ਼ਾਂ ਦੀ ਪਹਿਚਾਨ ਕਰਨੀ, ਉਹ ਮੈਂ ਨਹੀਂ ਕਰਾਂ ਤੇ ਕੀ ਫਰਕ ਪੈਂਦਾ? ਪਰ ਜੇ ਤੂੰ ਵਿਛੜ ਗਿਆ ਤੇਰਾ ਮਿਲਾਪ ਹੋ ਸਕਦਾ ਸੀ, ਪਰ ਤੇਰੀ ਹਰਕਤਾਂ ਦੇਖ ਕੇ ਨਜ਼ਰ ਆਇਆ ਤੂੰ ਵਿਸਰ ਗਏ। ਹੁਣ ਜਦ ਵਿਸਰ ਚੁੱਕਿਆ ਨਾ ਫਿਰ ਮਿਲਾਪ ਬੜਾ ਔਖਾ। ਇਸ ਕਰਕੇ ਗੁਰੂ ਸਾਹਿਬ ਇੱਕ ਚੀਜ਼ ਹੋਰ ਸਪਸ਼ਟ ਕਰਦੇ ਨੇ, ਜੇ ਇੱਕ ਪਾਸੇ ਕਹਿਤਾ ਨਾ ਕਿ ਵਿਛੜਿਆ ਮੇਲੇ ਪ੍ਰਭੂ, ਤਾਂ ਦੂਜਾ ਪਾਸਾ ਸਪਸ਼ਟ ਕਰ ਦਿੱਤਾ ਵਿਸਰ ਨਹੀਂ ਦਾਤਾਰ ਆਪਣਾ ਨਾਮ ਦੇ। ਹੁਣ ਵਿਸਰ ਲਈ ਮਨਾ ਕਰਦੇ ਪਏ ਨੇ, ਨਾ 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 ਨਾ, हे ਮੇਰੇ ਮਨਾ
ਵਿਸਰੀ ਨਾ। ਵਿਛੜਿਆ ਹੁੰਦਾ ਤੈਨੂੰ ਦਰਦ ਪੀੜਾ ਮਹਿਸੂਸ ਹੁੰਦੀ, ਪਰ ਤੂੰ ਵਿਸਰ ਗਿਆ, ਇਸ ਕਰਕੇ ਇਸ ਤਰ੍ਹਾਂ ਲੱਗਦਾ ਪਿਆ ਕਿ ਤੈਨੂੰ ਇੱਕ ਟੀਕਾ ਲੱਗਦਾ ਪਿਆ। ਹੁਣ ਜਿਹੜੀ ਮਰਜ਼ੀ ਚੀਜ਼ ਤੂੰ ਪੂਰਾ ਸੁੰਨ ਹੋ ਚੁੱਕਿਆ, ਹੁਣ ਤੇਰੀ ਜ਼ਿੰਦਗੀ ਵਿੱਚ ਜੋ ਕੁਝ ਵਾਪਰਦਾ ਪਿਆ ਤੈਨੂੰ ਉਹਦੀ ਫੀਲਿੰਗ ਹੀ ਨਹੀਂ ਆ ਰਹੀ। ਤੂੰ ਮਾਨੋ ਜਿੰਦੇ ਜੀ ਇੱਕ ਡੈਡ ਬੋਡੀ ਬਣਿਆ ਬੈਠਾ। ਉਸ ਜਿੰਦੇ ਜੀ ਡੈਡ ਬੋਡੀ ਨੂੰ ਕਹਿੰਦੇ ਪਏ ਨੇ ਅੱਜ ਗੁਰੂ ਸਾਹਿਬ ਜਿਨ ਨਾਉ ਵਿਸਾਰਿਆ। ਜੇ ਤੂੰ ਨਾਉ ਨੂੰ ਭਾਵ ਹੁਕਮ ਨੂੰ, सत्संगत कैसी जानिए जिथे एको नाम वखानिए, एको नाम हुक्म है। नाम इज इक्वल टू हुक्म। जे तू ओ हुक्म लॉज ऑफ नेचर नु भुला चुका है, फिर तू दुखी होना ही होना है। हुण एक हुक्म की है, एक लॉ ऑफ नेचर की है। असी जे कुदरती तौर ते इंसान बनिया एक दूजे ते भरोसा करना। मैं एग्जाम्पल जदों असी फिजिकल क्लासेस लांदे सी उस वक्त मैं एक एग्जाम्पल दित्ती सी कि मैं क्या कि मान लो कोई बंदा है, साडा करीबी बंदा है, साडा रिश्तेदार है, मान लो किसी का पति है, किसी की पत्नी है, किसी का खास दोस्त है। कोई आके कहे ना यार ये जो तेरी पत्नी है, ये जो तेरा दोस्त है, ये पता है इतने गलत काम करता है, वो यहां पे ये काम कर रहा था। हुण तुहाडे कोल दो ऑप्शन है। एक ऑप्शन है उहदी गल ते विश्वास करके जिहदे नाल तुहाडा करीबी रिश्ता है उस ते शक कर लो। वैसे चेता रखियो शकी बंदा वो होंदा जिन्हों अपने आप ते भरोसा नहीं। जिस बंदे नूं अपने आप ते भरोसा है वो दूजियां ते शक नहीं करता। पर तुहाडे कोल एक दूजा ऑप्शन की सी, जिहड़ा बंदा आके तुहाडे विच दरार पाउण दी कोशिश करदा पिया, तुहाडे कोल एक दूजा ऑप्शन सी, तुसीं कहंदे हां तू उस बंदे नूं उत्थे देखिया, मैं ही ते ओनूं भेजिया। हुण कोई तीजा बंदा आके विच दरार पा पाएगा? सवाल ही नहीं। पर होया पता की साडे विच जे छोटी मोटी नोक चोक होए, कोई अनबन होए, असी वो चीज़ां डिस्कस करन दे बजाय छोटी जी राई दा पहाड़ बना लैंदे हां। इस नूं कहंदे ने हुकम नूं विसार दिता। हुकम सी कि रब तेरे अंदर, हुकम सी कि जो तेरा पार्टनर रब उहदे अंदर, हुकम सी रब एक है, जो जा तू यो जाओ। पर तू क्योंकि शक करना सीख लिया, क्योंकि तू अपने आप ते भरोसा नहीं किया, इस करके तू दूजे ते भी भरोसा नहीं किया। उहदा नतीजा पता है की निकलदा पे, तू नाम नू विसार दिता ते तू दुहेला बन गया। सोई दुहेला तू दुखी हुंदा पे। जे तेरे जीवन दे विच भरोसा रहा ते फिर तू सुहेला रहेगा, पर जे तेरी जिंदगी दे विच वो भरोसा नहीं रहा, ना तेनू अपने आप ते भरोसा, ना अपने पार्टनर ते भरोसा, ते तू दुखी होना ही होना। ते तू पता है करना की है। हुण आओ लड़ीवार समझण दी कोशिश करिए। साडा टॉपिक खुल गया कि जिंदगी दे विच सुखी किवें होना है ते जिंदगी दे विच दुहेला किवें होना है। अरमता दे पहले श्लोक विच गुरु अर्जन साहब समझांदे पए ने, उस्तत निंदा नानक जिमें हब वजाई छोड़िया। श्लोक कद पढ़िया जाता है जी? जदों विआह होना है। जदों विआह, वैसे ना मैं थोड़ा जा होर पिछे लै जावां। ऐ ते पढ़िया तां जांदा है जदों असीं गुरुद्वारे पहुंचदे हां, आवाज़ां मार मार के गुरुद्वारे बिठा दिता जाता है, टिक के बैठ जाओ। पर टिक के बैठना भी थोड़ा औखा हो जाता है, क्योंकि शरवारी नाल चौकड़ी मारनी औखी, 5-8 किलो की चुनिया नाल वो सामनियां थोड़ियां औखियां, ते उस वक्त चीका मार मार के बुकाए रहंदे, आके बह जाओ बह जाओ। हुण उस तो थोड़ा पहला जाइए ना, थोड़ा पहला, ते जदों असीं एक सो कॉल्ड मिलनी बना दिती कि पता नहीं कि जदों लड़के वाले आएंगे ते लड़की वाले पता नहीं क्यों हाथ जोड़ के खड़े होंगे, पता नहीं किधरों किधरों ये चीज़ां साडे अंदर आ गईयां। जे रिश्ता जुड़ना है ना, ते चेता रखियो कोई पासा वड्डा नहीं ते कोई पासा छोटा नहीं, दोनों एक बराबर। ते असीं उधर भी एक इहो जे सिस्टम बनाते, फिर लिस्ट आनी शुरू होएगी, इसनूं देनी है कंबल। भावें कोई बंबे रह रहा है जिहदे 12 महीने कंबल यूज नहीं होना, पर उन्होंने भी दिता जाएगा कंबल। कईयां नूं दित्तियां जाणगीਆਂ चेना, कईयां नूं बेस्ड ऑन वो जो नाम ने। उस तो बाद पता की शुरू होएगा, पहले 6 महीने वेस्ट इस दे विच होए सी कि किहड़ी लिस्ट है, अगले 3 महीने वेस्ट होणगे लिस्ट विचों भुल गया, ए लिस्ट विच नाम लेना मैं भुल ही गया। हुण जदों मिलनी चलदी पई है, देण लैण दा काम चलदा पिया, हाँ मिलनी करो, पर मिलनी किहड़ी करो? सांझ कीजे गुना केरी छोड़ अवगुण चलिए, एक दूजे नाल रिश्ते जोड़ते पे, पता तो चले कौन कौन है, और रिश्ते जोड़ो, वो गुना दी सांझ पाओ। असी बिना मतलब ना वो इहो जे रिचुअल्स विच उलझ गए। उस तो बाद एक अरदास कीती जाती है। उस अरदास दे विच एक शब्द अक्सर पढ़िया जाता है, गुरु साहब
कीता लोड़िए कम सो हर पे आखिए, कारज दे सवार सतगुर सत साखिए, दे महावाक अनुसार। आप जी दे महान सेवका ने यह बड़ा ही कीमती कारज रंभ्या है। आप कृपा करके दया करके इस कारज नु दे अंग संग सहाय हो। पढ़िया जांदे कि नहीं? ਤੁਹਾਨੂੰ ਜ਼ਿਆਦਾ ਪਤਾ ਹੋਣਾ, ਮੈਨੂੰ ਘੱਟ ਆਨੰਦ ਕਾਰਜ ਵਿੱਚ ਇਨਵਾਈਟ ਕਰਦੇ ਨੇ। ਹੁਣ ਜਦੋਂ ਪੜਿਆ ਜਾਂਦਾ ਹੈ, ਅਸੀਂ ਕੀ ਸਮਝ ਲਿਆ ਕਿ ਇਹ ਪੰਕਤੀ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਗੁਰੂ ਸਾਹਿਬ ਨੇ ਸ਼ਾਇਦ ਸਾਡੇ ਵਿਆਹ ਲਈ ਉਚਾਰਨ ਕੀਤੀ। ਪਰ ਜਿਵੇਂ ਕੱਲ ਰਾਤੀ ਕ੍ਰਿਸ਼ਨ ਨੇ ਜ਼ਿਕਰ ਕੀਤਾ ਸੀ ਨਾ, ਉਹ ਕਾਰਜ ਪਤਾ ਕੀ ਸੀ? ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਹੁਣ ਉਹ ਜੋ ਤੇਰਾ ਕਾਰਜ ਸੀ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਉਹ ਸਵਰਨਾ ਪਤਾ ਕਿਵੇਂ ਸੀ? ਕਾਰਜ ਦੇ ਸਵਾਰ ਸਤਗੁਰ ਸੱਚ ਸਾਖੀ। ਉਹ ਸਤਗੁਰ ਸੱਚ ਸਾਖੀਏ ਉਸ ਸਿੱਖਿਆ ਦੇ ਰਾਹੀਂ ਸਵਰਨਾ ਸੀ। ਪਰ ਅਸੀਂ ਸਿੱਖਿਆ ਦੇ ਵਿੱਚ ਨਹੀਂ ਉਲਝੇ, ਅਸੀਂ ਸ਼ਬਦਾਂ ਨੂੰ ਬਸ ਰਸਮ ਪੂਰਤੀ ਤੱਕ ਰੱਖ ਲਿਆ। ਜੋ ਮੈਂ ਅੱਜ ਫੋਕਸ ਕਰਨ ਦੀ ਕੋਸ਼ਿਸ਼ ਕਰਦੇ ਪਿਆ, ਇਹ ਸਾਰੀਆਂ ਚੀਜ਼ਾਂ ਗਾਓ, ਸਮਝੋ, ਵਿਆਹ ਦੇ ਨਾਲ ਐਸੋਸੀਏਟ ਕੀਤੇ ਨੇ ਤਾਂ ਉਹਦਾ ਭਾਵ ਸਮਝ ਜਾਓ, ਪਰ ਕੇਵਲ ਤਾਂ ਕੇਵਲ ਵਿਆਹ ਤੱਕ ਨਾ ਰੱਖਿਓ ਯਾਰ। ਅੱਗੇ ਵਧੇ। ਹੁਣ ਜਦੋਂ ਕੁਛ ਨਾ ਕੁਛ ਕਰਕੇ ਗੁਰਦੁਆਰੇ ਦੇ ਵਿੱਚ ਬੈਠ ਗਏ ਤੇ ਉਸ ਵਕਤ ਫਿਰ ਇਹ ਸ਼ਲੋਕ ਗਾਇਆ ਜਾਂਦਾ ਹੈ। ਉਸ ਤੋਂ ਪਹਿਲੇ ਕੀਤਾ ਕਿ ਇਹ ਕਿਹਾ ਜਾਂਦਾ ਹੈ ਕਿ ਲੜਕੀ ਦਾ ਪਿਤਾ ਪੱਲਾ ਲੜਕੇ ਨੂੰ ਪੜਾਏ। ਹੁਣ ਉਹ ਜਦੋਂ ਪੱਲਾ ਫੜਾਇਆ ਜਾਂਦਾ ਹੈ ਉਸ ਵਕਤ ਇਹ ਸ਼ਲੋਕ ਗਾਇਨ ਕੀਤਾ ਜਾਂਦਾ ਹੈ, ਜੋ ਅੱਜ ਦੀ ਪੌੜੀ ਦੇ ਨਾਲ ਦਾ ਸ਼ਲੋਕ ਹੈ। ਉਸਤਤ ਨਿੰਦਾ ਨਾਨਕ ਜੀ ਮੈਂ ਹੰਬ ਮਜਾਈ ਛੋੜਿਆ, ਹਬ ਕਿਛ ਤਿਆਗੀ, ਹੱਬੇ ਸਾ ਕੁੜਾਵੇ ਜਿੱਥੇ ਤੋ ਪੱਲੇ ਟੈਂਡੇ ਲੱਗੀ। ਪੜਿਆ ਜਾਂਦਾ ਨਾ। ਹੁਣ ਇਹਦੇ ਅਗਰ ਸਿੱਧਾ ਸਿੱਧਾ ਅਰਥ ਕਰੀਏ, ਹੱਬੇ ਸਾ ਕੁੜਾਵੇ ਦੇ। ਹੁਣ ਜੋ ਮੈਨੂੰ ਸਾਰੇ ਸਾਖ ਸੰਬੰਧੀ ਰਿਸ਼ਤੇਦਾਰ ਸੀ ਨਾ, ਕੁੜਾਵੇ ਦਾ ਭਾਵ ਸਿੰਪਲ ਕੂੜ ਝੂਠ, ਉਹ ਮੈਨੂੰ ਕੂੜ ਨਜ਼ਰ ਆਏ, ਝੂਠ ਨਜ਼ਰ ਆਏ, ਤੋ ਪੱਲੇ ਟੈਂਡੇ ਲੱਗੀ, ਤਾਂ ਜਾ ਕੇ ਹੁਣ ਮੈਂ ਤੇਰੇ ਪੱਲੇ ਲੱਗ ਪਈ। ਮੇਰਾ ਸਵਾਲ ਤੁਹਾਡੇ ਅੱਗੇ, ਜੇ ਇਸ ਸ਼ਲੋਕ ਦੀ ਇਸ ਪਰਿਭਾਸ਼ਾ ਨੂੰ ਸਮਝ ਜਾਈਏ ਜਾਂ ਇਸ ਢੰਗ ਨਾਲ ਸਮਝੀਏ, ਮੰਨ ਲਓ ਇੱਕ ਲੜਕੀ ਦਾ ਰਿਸ਼ਤਾ, ਇੱਕ ਲੜਕੀ ਦਾ ਆਨੰਦ ਕਾਰਜ ਜ਼ਿੰਦਗੀ ਦੇ 20, 24, 25, 30, 35 ਸਾਲਾਂ ਬਾਅਦ ਹੋਇਆ ਹੋਵੇ। ਜਿਸ ਦੋਸਤਾਂ ਦੇ ਨਾਲ, ਜਿਸ ਰਿਸ਼ਤਿਆਂ ਦੇ ਨਾਲ ਉਸਨੇ ਆਪਣੀ ਜ਼ਿੰਦਗੀ ਦੇ 20, 25, 30 ਸਾਲ ਗੁਜ਼ਾਰੇ ਨੇ, ਹੱਬੇ ਸਾ ਕੁੜਾਵੇ ਡਿੱਟੇ, ਕੀ ਉਹ ਫਿਰ ਕੂੜ ਨਜ਼ਰ ਆਣਗੇ ਤਾਂ ਮੈਂ ਜਾ ਕੇ ਤੇਰੇ ਪੱਲੇ ਲੱਗੀਆਂ? ਗੱਲ ਤੇ ਫਿੱਟ ਨਹੀਂ ਬੈਠਦੀ ਨਾ। ਕਿ ਗੁਰੂ ਸਾਹਿਬ ਕਹਿੰਦੇ ਪਏ ਤੂੰ ਨਵਾਂ ਰਿਸ਼ਤਾ ਜੋੜਨਾ ਤੇ ਪੁਰਾਣੇ ਤੋੜ ਦੇ ਨਾ। ਗੁਰੂ ਤੇ ਕਹਿੰਦਾ ਪਿਆ ਘੱਟ ਘੱਟ ਮੈਂ ਹਰ ਜੂ ਬਸੇ, ਤੂੰ ਤੇ ਰਿਸ਼ਤੇ ਵੱਡੇ ਕਰਨੇ ਹੀ ਕਰਨੇ। ਫਿਰ ਕੀ ਅਸੀਂ ਅੱਜ ਤੱਕ ਇਹ ਸਮਝਣ ਦੀ ਕੋਸ਼ਿਸ਼ ਕੀਤੀ? ਅਸੀਂ ਬਸ ਕੇਵਲ ਐਸੋਸੀਏਟ ਕਰ ਦਿੱਤਾ, ਪੱਲਾ ਪੜਾਣਾ ਹੈ। ਉਸ ਵਕਤ ਬਾਣੀ ਚੋਂ ਇੱਕ ਲਫ਼ਜ਼ ਲੱਭੋ ਪੱਲੇ ਤੇ ਉਹ ਗਾਦ ਵਾਪਰਦਾ ਕਿ ਨਹੀਂ? 365 ਦਿਨ ਦੇਖ ਲਓ, ਕੋਈ ਇਹੋ ਜਿਹਾ ਚੀਜ਼ ਹੋਏ। ਅਸੀਂ ਨਾ ਸ਼ਬਦ ਚੁਣ ਚੁਣ ਕੇ ਰੱਖੇ ਹੋਏ ਨੇ। ਵਿਆਹ ਤੋਂ ਜਸਟ ਪਹਿਲੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਪੜਿਆ ਜਾਏਗਾ, ਪਰ ਰਹਾਓ ਮੇਰੇ ਮਨ ਇੱਕ ਸੋ ਚਿਤਲਾਈ ਨਹੀਂ ਪੜਿਆ ਜਾਏਗਾ, ਉਸਨੂੰ ਆਧਾਰ ਨਹੀਂ ਬਣਾਇਆ ਜਾਏਗਾ, ਸਮਝਿਆ ਨਹੀਂ ਜਾਏਗਾ। ਜੋ ਮੰਗੇ ਠਾकुर अपने ते पढ़िया जाएगा, पर उदा रहाओ हरजन रखे गुरु गोबिंद ਨੂੰ ਅਸੀਂ ਗਵਾ ਚੁੱਕੇ। क्यों? क्योंकि ਅਸੀਂ बस रसम पूर्ति तक सीमित रह गया। रसम तक जब तक सीमित तक दोहेला हाँ, सोहेला जिंदगी ਦੇ ਵਿੱਚ ਆ ਹੀ ਨਹੀਂ ਰਿਹਾ। ਹੁਣ ਸਮਝੀਏ ਜਰਾ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਕੀ ਪਏ ਨੇ। ਤੇ ਇਹ ਸ਼ਲੋਕ ਕੇਵਲ ਲੜਕੇ ਤੱਕ ਜਾਂ ਲੜਕੀ ਤੱਕ ਨਹੀਂ, ਇਹ ਸ਼ਲੋਕ ਉਸਦੇ ਪਰਿਵਾਰ ਤੱਕ ਤੇ ਸਿਰਫ ਪਰਿਵਾਰ ਤੱਕ ਨਹੀਂ, ਇਹ ਸ਼ਲੋਕ ਉਹ ਬੱਚੇ ਤੱਕ ਜਿਹਦਾ ਵਿਆਹ ਹਲੇ 25 ਸਾਲ ਦੂਰ ਹੈ, ਤੇ ਉਸ ਬੰਦੇ ਤੱਕ ਜਿਹਦੇ ਵਿਆਹ ਹੋਏ ਨੂੰ 25 ਸਾਲ ਹੋ ਚੁੱਕੇ ਨੇ। ਇਹ ਹਰ ਬੰਦੇ ਤੇ ਲਾਗੂ ਹੁੰਦਾ। ਗੁਰੂ ਸਾਹਿਬ ਕਹਿੰਦੇ ਪਏ ਨੇ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ ਛੋੜਿਆ। ਇੱਕ ਉਸਤਤ ਕਰਨੀ ਹੈ। ਕਿਹੜੀ ਉਸਤਤ ਕਰਨੀ ਹੈ? ਜਿਸਨੂੰ ਅਸੀਂ ਆਰੰਭਤਾ ਕੀਤੀ, ਉਸਤਤ ਮਨ ਮੈਂ ਕਰ ਨਿਰੰਕਾਰ ਕਰਮਨ ਮੇਰੇ ਸਦ ਵਿਵਹਾਰ। ਉਹ ਸਦ ਵਿਵਹਾਰ ਵਾਲੀ ਉਸਤਤ ਤੇ ਤੈਂ ਕਰਨੀ ਕਰਨੀ। ਪਰ ਇੱਕ ਦੂਜੀ ਉਸਤਤ ਛੱਡ ਦੇ ਜੋ ਇਸ ਸ਼ਲੋਕ ਵਿੱਚ ਕਹਿੰਦੇ ਪਏ ਨੇ। ਉਹ ਕਿਹੜੀ ਉਸਤਤ ਹੈ? ਅਸੀਂ ਨਾ ਕਈ ਵਾਰੀ ਕੁਝ ਬੰਦਿਆਂ ਦੀ ਨਾ ਚਾਪਲੂਸੀ ਕਰਦੇ ਹਾਂ। ਚਾਪਲੂਸੀ ਕਿਉਂ ਕਰਦੇ ਹਾਂ? ਇਸ ਕਰਕੇ ਕਰਦੇ ਹਾਂ ਤਾਂ ਕਿ ਇਹ ਬੰਦਾ ਨਾ ਮੇਰੀ ਵੀ ਵਡਿਆਈ ਕਰੇ। ਕਿਉਂ ਕਰਦੇ ਹਾਂ? ਤਾਂ ਕਿ ਇਹ ਬੰਦਾ ਨਾ ਮੇਰੇ ਕੰਮ ਆ ਸਕੇ। ਇਹ ਚ ਤੂੰ ਬਿਨਾਂ ਮਤਲਬ ਡਿੰਗਾ ਮਾਰਦਾ ਪਿਆ ਨਾ, ਬਿਨਾਂ ਮਤਲਬ ਫੋਕੀਆਂ ਉਸਤਤ ਕਰਦਾ ਪਿਆ, ਬਿਨਾਂ ਮਤਲਬ ਚਾਪਲੂਸੀ ਕਰਦਾ ਪਿਆ, ਜੋ ਤੇਰੀ ਇਹ ਨੀਅਤ ਹੈ ਕਿ ਇਹ ਬੰਦਾ ਨੂੰ ਮੈਂ ਯੂਜ਼ ਕਰਾਂਗਾ ਆਪਣੇ ਸਵਾਰਥ ਲਈ, ਇਹ ਵਾਲਾ ਜੋ ਉਸਤਤ ਵਾਲੀ ਬਿਰਤੀ ਹੈ ਨਾ, ਜਸਟ ਗਿਵ ਅਪ, ਇਟਸ ਆਫ ਨੋ ਯੂਜ਼। ਅਗਰ ਲਫ਼ਜ਼ ਵਰਤਿਆ ਹੈ ਨਿੰਦਾ, ਗੁਰੂ ਸਾਹਿਬ ਆਪ ਸਪਸ਼ਟ ਕਰਦੇ ਨੇ ਨਿੰਦਾ ਭਲੀ ਕਿਸੇ ਕੀ ਨਹੀਂ। ਹੁਣ ਨਿੰਦਾ ਦੀ ਪਰਿਭਾਸ਼ਾ ਕੀ ਹੈ?
एक पासा उस्तत आ गया कि मैं बिना मतलब चापलूसी करदा पिया। हुण निंदा की है, मैं बिना मतलब कोई ना कोई टॉपिक छेड़ के मैं अपने घंटे गुजारदा पिया उस बंदे नूं डिमीम करन लई। ਉਹਦੇ ਪਿੱਛੇ ਵੀ ਸਵਾਰਥ ਕੀ ਹੈ। ਹੁਣ ਦੂਜਾ ਬੰਦਾ ਨੀਵਾ ਪਾਏਗਾ ਤੇ ਮੈਂ ਉੱਚਾ ਆਟੋਮੈਟਿਕਲੀ ਉਹਨੇ। ਤੇ ਦੂਜੀ ਪਰਿਭਾਸ਼ਾ ਨਿੰਦਾ ਦੀ, ਮੰਨ ਲਓ ਕਿ ਮੈਂ ਕੋਈ ਗਲਤ ਕੰਮ ਕਰਦਾ ਪਿਆ, ਹੁਣ ਕੋਈ ਆ ਕੇ ਕਹੇ ਕਿ ਭਲਿਆ ਪੁਰਖਾ ਇਹ ਕੰਮ ਨਾ ਕਰ, ਇਹ ਕੰਮ ਗਲਤ ਹੈ, ਤੇ ਮੈਂ ਉਹਨੂੰ ਜਵਾਬ ਦਿੱਤਾ ਤੈਂ ਮੇਰੀ ਨਿੰਦਾ ਕੀਤੀ। ਉਹ ਤੇ ਮੈਨੂੰ ਸਹੀ ਰਾਹ ਦੱਸਦਾ ਪਿਆ ਸੀ, ਪਰ ਮੈਨੂੰ ਮੇਰਾ ਕ੍ਰਿਟਿਸਿਜ਼ਮ ਜਦੋਂ ਐਕਸੈਪਟ ਨਹੀਂ ਹੋ ਰਿਹਾ, ਉਸ ਨੂੰ ਵੀ ਕਹਿੰਦੇ ਪਏ ਨੇ ਨਿੰਦਾ। ਜਦੋਂ ਇਹ ਸੋਚ ਉਸਤਤ ਨਿੰਦਾ ਵਾਲੀ, ਇਹ ਜੋ ਆ ਗਈ ਨਾ ਛੋਟੀ ਛੋਟੀ, ਨੋਟ ਕਰਿਓ ਇੱਕ ਗੱਲ, ਜਦੋਂ ਇੱਕ ਬੱਚਾ ਪੈਦਾ ਹੁੰਦਾ ਹੈ ਨਾ, ਉਹਦੇ ਮਨ ਵਿੱਚ ਇਹ ਕਦੀ ਨਹੀਂ ਆਉਂਦਾ ਕਿ ਨਹੀਂ ਇਹ ਮੇਰਾ ਚਾਚਾ, ਇਹ ਮੇਰਾ ਗਵਾਂਢੀ, ਇਹ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਜੈਨੀ ਹੈ, ਬੋਧੀ, ਇਹ ਭੂਆ ਮਾਸੀ ਟੂਣਾ ਕਰਦੀ ਹੈ, ਇਹ ਸਾਰੀਆਂ ਚੀਜ਼ਾਂ ਉਹਦੇ ਮਨ ਵਿੱਚ ਨਹੀਂ ਆਉਂਦੀਆਂ। ਉਹ ਸਭ ਨੂੰ ਦੇਖ ਕੇ ਹੱਸਦਾ। ਜਿਵੇਂ ਜਿਵੇਂ ਬੱਚਾ ਵੱਡਾ ਹੋਣਾ ਸ਼ੁਰੂ ਹੁੰਦਾ ਹੈ ਨਾ, ਉਹ ਆਪਣੇ ਚੌਗਿਰਦੇ ਦੇ ਵਿੱਚ ਇਤਨੀ ਨਿੰਦਿਆ ਦੇਖਦਾ ਹੈ ਕਿ ਉਹਦੇ ਅੰਦਰ ਜ਼ਹਿਰ ਪੜਨਾ ਸ਼ੁਰੂ ਹੋ ਜਾਂਦਾ ਹੈ। ਉਸਨੂੰ ਆਪਣੇ ਫੈਸਲੇ ਆਪ ਲੈਣ ਦਿਓ। ਜਿਸ ਜਗ੍ਹਾ ਤੇ ਬੰਦੀ ਪਈ ਹੈ ਬਣੇ, ਜਿਸ ਜਗ੍ਹਾ ਤੇ ਨਹੀਂ ਬੰਦੀ ਪਈ ਜ਼ਰੂਰੀ ਨਿੰਦਾ ਕਰਨੀ। ਤੁਸੀਂ ਆਪਣਾ ਸੁਖੀ ਰਹੋ, ਸ਼ਾਂਤੀ ਨਾਲ ਰਹੋ, ਤੁਹਾਨੂੰ ਪਰਪਸ ਹੀ ਨਹੀਂ ਹੈ, ਵੈਸੇ ਹੀ ਇਤਨੇ ਬਿਜ਼ੀ ਹੋ। ਜ਼ਰੂਰੀ ਹੈ ਹਰ ਬੰਦੇ ਨਾਲ ਉਲਝਣਾ ਹੈ, ਉਹਨਾਂ ਨੂੰ ਆਪਣੀ ਜ਼ਿੰਦਗੀ ਜੀਣ ਲਓ, ਤੁਸੀਂ ਆਪਣੀ ਜ਼ਿੰਦਗੀ ਜੀਣ ਲਓ, ਤੁਸੀਂ ਜ਼ਰੂਰੀ ਹੈ ਹਰ ਇੱਕ ਨਾਲ ਡੀਲ ਕਰਨਾ। ਪਰ ਅਸੀਂ ਆਪਣਾ ਜ਼ਹਿਰ ਹਰ ਬੰਦੇ ਦੇ ਵਿੱਚ ਪਾ ਦਿੰਦੇ ਆ। ਸੱਪ ਵਾਂਗਾ ਨਾ, ਸੱਪ ਦਾ ਕੀ ਕੰਮ ਹੈ, ਆਪਣੇ ਅੰਦਰ ਜ਼ਹਿਰ ਆਪ ਤੜਫਦਾ ਹੈ, ਉਹ ਜ਼ਹਿਰ ਦੂਜਿਆਂ ਨੂੰ ਵੀ ਵੰਡ ਦਿੰਦਾ ਹੈ। ਅਸੀਂ ਉਹ ਜ਼ਹਿਰ ਕਿਵੇਂ ਵੰਡਦੇ ਆ? ਇਹਦੇ ਨਾਲ ਰਿਸ਼ਤਾ ਜੁੜਦਾ ਪਿਆ। ਹੁਣ ਅਸੀਂ ਕੀ ਕਹਿ ਦਾਂਗੇ, ਹੁਣ ਉਹਨੂੰ ਆਪਣੇ ਫੈਸਲੇ ਕਰਨ ਦੇਣਾ। ਇਹ ਨਾ ਕਹਿਣਾ ਕਿ ਨਹੀਂ ਇਸ ਬੰਦੇ ਨਾਲ ਇਹੋ ਜਿਹਾ ਡੀਲ ਕਰਨਾ ਹੈ, ਇਸ ਬੰਦੇ ਨਾਲ ਇਹੋ ਜਿਹਾ ਡੀਲ ਕਰਨਾ ਹੈ। ਹਰ ਇੱਕ ਦੇ ਨਾਲ ਕਲੀਨ ਸਲੇਟ ਹੋ ਕੇ ਡੀਲ ਕਰੋਗੇ ਨਾ, ਫਿਰ ਆਟੋਮੈਟਿਕਲੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਜੋ ਉਸਤਤ ਨਿੰਦਾ ਲਈ ਮੇਰੇ ਕੋਲ ਟਾਈਮ ਨਹੀਂ ਰਹੇਗਾ। ਇੱਕ ਕਹਾਣੀ ਮੈਂ ਖੈਰ ਤੁਹਾਡੇ ਨਾਲ ਸਾਂਝਾ ਕਰਾਂ, ਸਾਡੇ ਨਾਲ ਵਾਪਰਦੀ ਕੀ ਹੈ। ਇੱਕ ਰਾਜ ਦੇ ਵਿੱਚ ਇੱਕ ਮੂਰਤੀਆਂ ਬਣਾਉਣ ਵਾਲਾ ਆਇਆ, 3 ਮੂਰਤੀਆਂ ਲੈ ਕੇ ਆਇਆ। ਉਹ ਕਹਿੰਦਾ ਹੈ ਕਿ ਤੁਹਾਡੇ ਵਿੱਚ ਕੋਈ ਹੈ ਜੋ ਇਹਨਾਂ 3 ਮੂਰਤੀਆਂ ਦੇ ਵਿੱਚ ਡਿਫਰੈਂਸ ਮੈਨੂੰ ਦੱਸ ਦੇ, ਕਿ ਇਹਨਾਂ 3 ਮੂਰਤੀਆਂ ਵਿੱਚ ਡਿਫਰੈਂਸ ਕੀ ਹੈ। ਤੁਸੀਂ ਜੋ ਕਹੋਗੇ ਮੈਂ ਕਰਨ ਨੂੰ ਤਿਆਰ ਹਾਂ। ਰਾਜਾ ਕਹਿੰਦੇ ਕਿਹੜੀ ਵੱਡੀ ਖਿਲੇ, ਮੂਰਤੀਆਂ ਲੈ ਆਓ। ਉਹ ਮੂਰਤੀਆਂ ਲੈ ਆਇਆ। ਉਹਨਾਂ 3 ਮੂਰਤੀਆਂ ਨੂੰ ਦੇਖ ਕੇ ਇਸ ਤਰ੍ਹਾਂ ਲੱਗੇ ਕਿ ਯਾਰ ਇਹਨਾਂ ਦੇ ਵਿੱਚ ਤੇ ਕੋਈ ਡਿਫਰੈਂਸ ਹੀ ਨਹੀਂ ਹੈ, ਤੇ ਬਿਲਕੁਲ ਸੇਮ ਨਜ਼ਰ ਆਉਂਦੀਆਂ ਪਈਆਂ ਨੇ। ਇਹ ਬੜਾ ਹੀ ਕਮਾਲ ਦਾ ਮੂਰਤੀ ਬਣਾਉਣ ਵਾਲਾ ਬੰਦਾ। ਉਹ ਮੂਰਤੀ ਬਣਾਉਣ ਵਾਲਾ ਕਹਿੰਦਾ ਨਹੀਂ, ਤੁਸੀਂ ਇਤਨੇ ਵੱਡੇ ਰਾਜ ਦੇ ਮਾਲਕ ਹੋ, ਤੁਹਾਡੇ ਇੰਨੇ ਸਾਰੇ ਸਲਾਹਕਾਰ ਨੇ, ਇੰਨੇ ਮੰਤਰੀ ਨੇ, ਤੁਸੀਂ ਇਹਨਾਂ 3 ਮੂਰਤੀਆਂ ਵਿੱਚ ਫਰਕ ਨਹੀਂ ਦੱਸ ਪਾ ਰਹੇ, ਤੁਸੀਂ ਕਿਹੋ ਜਿਹੇ ਰਾਜੇ? ਮੈਂ ਦਾਵਾ ਕਰਦਾ ਪਿਆ 3 ਮੂਰਤੀਆਂ ਵਿੱਚ ਫਰਕ ਹੈ। ਰਾਜਾ ਆਪਣਾ ਸਭ ਤੋਂ ਸਿਆਣੇ ਮੰਤਰੀ ਨੂੰ ਬੁਲਾਉਂਦਾ ਹੈ, ਉਹਦਾ ਸਲਾਹਕਾਰ ਨੂੰ ਬੁਲਾਉਂਦਾ ਹੈ। ਰਾਜਾ ਸੇਮ ਸਵਾਲ ਉਸ ਮੰਤਰੀ ਅੱਗੇ ਰੱਖਦਾ ਕਿ ਤੂੰ ਦੱਸ ਪਾਏਂਗਾ ਕਿ ਇਹਨਾਂ ਦੇ ਵਿੱਚ ਫਰਕ ਕੀ ਹੈ। ਮੰਤਰੀ ਜਦੋਂ ਉਹਨਾਂ ਮੂਰਤੀਆਂ ਨੂੰ ਦੇਖਦਾ ਹੈ, ਰਾਜੇ ਨੂੰ ਕਹਿੰਦੇ ਹਾਂ ਮੈਂ ਜ਼ਰੂਰ ਦੱਸ ਪਾਵਾਂਗਾ। ਕਹਿੰਦੇ ਅੱਛਾ ਦੱਸ। ਕਹਿੰਦੇ ਮੈਂ ਅੱਜ ਨਹੀਂ ਦੱਸਣਾ, ਮੈਂ ਕੱਲ ਸਵੇਰੇ ਦੇ ਦੀਵਾਨ ਵਿੱਚ ਦੱਸਣਾ। ਰਾਜਾ ਇਹ ਚੀਜ਼ ਮੂਰਤੀ ਬਣਾਉਣ ਵਾਲੇ ਨੂੰ ਕਹਿੰਦੇ ਤੂੰ ਕੱਲ ਤੱਕ ਰੁਕ ਸਕਦਾ ਹੈ। ਤੇ ਦੂਜੀ ਚੀਜ਼ ਮੰਤਰੀ ਕਹਿੰਦੇ ਇਹ ਜੋ ਮੂਰਤੀਆਂ ਨੇ ਨਾ, ਇਹ ਇੱਥੇ ਹੀ ਰਹਿਣਗੀਆਂ, ਮੂਰਤੀ ਬਣਾਉਣ ਵਾਲਾ ਆਪਣੇ ਨਾਲ ਨਹੀਂ ਲੈ ਕੇ ਜਾਏਗਾ। ਉਹ ਮੂਰਤੀ ਬਣਾਉਣ ਵਾਲੇ ਨੂੰ ਆਪਣੇ ਕੰਮ ਤੇ ਬੜਾ ਭਰੋਸਾ ਸੀ, ਆਪਣੇ ਹੁਨਰ ਤੇ ਬੜਾ ਭਰੋਸਾ ਸੀ। ਉਹ ਕਹਿੰਦੇ ਭਾਵੇਂ ਜਿੰਨੇ ਮਰਜ਼ੀ ਦਿਨ ਰੱਖਣ ਆਪਣੇ ਕੋਲ, ਇਹ ਫਰਕ ਨਹੀਂ ਕੱਢ ਪਾਣਗੇ। ਉਹ ਕਹਿੰਦੇ ਨੋ ਪ੍ਰੋਬਲਮ, ਸੀ ਯੂ ਟੁਮਾਰੋ। ਹੁਣ ਇਹ ਕਹਿ ਕੇ ਮੂਰਤੀ ਬਣਾਉਣ ਵਾਲਾ ਚਲਾ ਗਿਆ। ਹੁਣ ਅਗਲਾ ਦਿਨ ਆਇਆ। ਜਿਵੇਂ ਹੀ ਅਗਲਾ ਦਿਨ ਆਇਆ ਤੇ ਉਹ ਮੂਰਤੀ ਬਣਾਉਣ ਵਾਲਾ ਵੀ ਦਰਬਾਰ ਵਿੱਚ ਹਾਜ਼ਰ ਹੋਇਆ, ਤੇ ਉਹ ਮੰਤਰੀ ਵੀ ਹਾਜ਼ਰ ਹੋਇਆ, ਤੇ ਰਾਜਾ ਵੀ ਹਾਜ਼ਰ ਹੋਇਆ। ਰਾਜਾ ਪੁੱਛਦੇ ਹਾਂਜੀ ਮੰਤਰੀ ਜੀ ਦੱਸੋ, ਤੁਹਾਨੂੰ ਫਰਕ ਪਤਾ ਲੱਗਿਆ? ਮੰਤਰੀ ਕਹਿੰਦੇ ਹਾਂ। ਮੂਰਤੀ ਬਣਾਉਣ ਵਾਲਾ ਬੜਾ ਹੈਰਾਨ, ਕਹਿੰਦੇ ਅੱਛਾ ਫਰਕ ਪਤਾ ਲੱਗ ਗਿਆ? ਕਹਿੰਦੇ ਹਾਂ। ਕਹਿੰਦੇ ਫਰਕ ਕੀ ਹੈ? ਉਹ ਮੰਤਰੀ ਕਹਿੰਦੇ ਅਸਲ ਦੇ ਵਿੱਚ ਨਾ ਇਸਨੇ 3 ਮੂਰਤੀਆਂ ਨਹੀਂ ਬਣਾਈਆਂ, ਇਸਨੇ 3 ਕਿਸਮ ਦੇ ਲੋਕਾਂ ਦੀ ਇਧਰ ਗੱਲ ਕੀਤੀ। ਮੂਰਤੀ ਬਣਾਉਣ ਵਾਲਾ ਸਮਝ ਗਿਆ ਯਾਰ ਇਸ ਬੰਦੇ ਨੂੰ ਸੱਚ ਸਮਝ ਆਂਦਾ ਪਿਆ। ਕਹਿੰਦੇ ਜਰਾ ਦੱਸੋ ਵਿਸਤਾਰ ਨਾਲ ਕਿ ਵਾਪਰਦਾ ਕੀ ਪਿਆ? ਰਾਜਾ ਕਹਿੰਦੇ ਮੈਨੂੰ ਤੇ ਕੱਖ ਸਮਝ ਨਹੀਂ ਆਈ। ਉਹ ਮੰਤਰੀ ਕਹਿੰਦੇ ਜਦੋਂ ਇਹਨਾਂ 3 ਮੂਰਤੀਆਂ ਵੱਲ ਮੈਂ ਧਿਆਨ ਨਾਲ ਵੇਖਿਆ ਨਾ, ਕੋਈ ਫਰਕ ਨਹੀਂ। ਮੈਂ ਇੱਕ ਕੰਮ ਕੀਤਾ, ਮੈਂ ਇੱਕ ਨਾ ਤੀਲਾ ਲਿਆ, ਪਤਲਾ ਜਿਹਾ ਤੀਲਾ, ਇੱਕ ਮੂਰਤੀ ਦੇ ਕੰਨ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਕੰਨ ਦੇ ਵਿੱਚ ਇੱਕ ਛੇਦ ਮੈਨੂੰ ਨਜ਼ਰ ਆਇਆ। ਕਹਿੰਦੇ ਮੈਂ ਉਹ ਤੀਲਾ ਜਦੋਂ ਪਾਇਆ, ਇੱਕ ਕੰਨ ਚ ਗਿਆ ਤੇ ਦੂਜੇ ਕੰਨ ਚੋਂ ਬਾਹਰ ਨਿਕਲ ਗਿਆ। ਕਹਿੰਦੇ ਓਕੇ ਫਿਰ ਕੀ ਹੋਇਆ? ਕਹਿੰਦੇ ਮੈਂ ਤੀਲਾ ਕੱਢਿਆ, ਹੁਣ ਮੈਂ ਦੂਜੀ ਮੂਰਤੀ ਵੱਲ ਗਿਆ, ਮੈਂ ਉਹ ਤੀਲਾ ਉਸ ਮੂਰਤੀ ਦੇ ਕੰਨ ਵਿੱਚ ਪਾਇਆ। ਹੁਣ ਪਾਇਆ ਤੇ ਉਹ ਦੂਜੇ ਕੰਨ ਚੋਂ ਨਹੀਂ ਨਿਕਲਿਆ, ਉਹਦੇ ਮੂੰਹ ਚੋਂ ਬਾਹਰ ਨਿਕਲਿਆ।
कहते अच्छा, कहते हाँ, कहते फिर कहते मैं तीजी मूर्ति वल गया, मैं वही सेम काम किया, मैं तीला उस कंन दे विच पाया, हुण जदों पाया ना वो दूजे कंन चों निकलिया ना वो मुंह चों निकलिया, वो विच ही रह गया। मूर्ति बनाने वाला हसन लग पिया, कहते मंत्री जी तुसी हुण विस्तार नाल दस दो तुसी की समझे। कहते मैं यह समझिया कि तू ना 3 किस्म के लोगों की गल इधर की है। पहले लोग वो ने जिहड़े एक कंन चों कुछ सुननगे, भावें वो उन्हां दी जिंदगी जीण लई बड़े ही अहम होए, पर क्योंकि वो इतने साल का अपना तजुर्बा, अपनी ईगो, अपनी इग्नोरेंस छड्डना नहीं चाह रहे, वो इस कंन चों सुननगे ते दूजे कंन चों कढ देणगे। दूजा पासा है वो कुछ सुनेगा ज्ञान दियां बातां, पर पता सुनेगा क्यों? सुनान लई। सुनेगा क्यों? मैं दुनिया नूं दस सकां मैं कितना सियाना हाँ, पर उहदी जिंदगी विचों कमाई कोई नजर नहीं आती। कहंदे तीजी कैटेगरी कौन? पहले दो वैसे दोहेला वाली जिंदगी जीणगे, तीजी कैटेगरी कौन? सुहेला वाली, जिन्हां नूं सच समझ आ गया ना, नाउ दे डोंट केयर अबाउट द रेस्ट। हुण उन्हां नूं परवाह नहीं है कोई की काम करदा पिया, उन्हां नूं एक परवाह है कि वो चीज नाल हुण मैं अपनी जिंदगी नूं किवें सुधार सकां, मैं अपने कारज नूं किवें आनंदमय बना सकां। जे वो अपने कारज तक फोकस करता, फिर निंदा की परिभाषा आपे ही खत्म। गुरु साहब कहंदे पे ने उस्तत निंदा नानक जी मैं हंब वजाई छोड़िया। हब दा भाव समझ लो, सब हब्बे साक कुड़ावे डिठे। हुण जदों ए उस्तत निंदा नानक जी मैं हब वजाई छोड़िया, ए जो सारे उस्तत निंदा ते उहदे नाल नाल जिहड़े सारे ख्यालात सी ना, हुण इन्हां नाल मेरा खैरा छुट चुकिया है ते हब्बे साक कुड़ावे डिठे। ए उस्तत निंदा इन्हां दे रिश्तेदार, जदों भी बंदा निंदा करेगा तो उहदा रिश्तेदार की बनेगा? अहंकार। जदों भी फोकी उस्तत की करेगा? बिना मतलब दी किसी तो उम्मीद। ए जो सारे एक रिश्तेदार मैं बना लेने ना उस्तत निंदा वांगू, गुरु साहब की कहते पे ने उस्तत निंदा नानक जी मैं हंब वजाई छोड़िया। हब किछ त्यागी हब्बे सा कुड़ावे डिठे। हुण कुड़ावे कौन नजर आए? कि लड़की नूं अपने रिश्तेदार कूड़े नजर आए ना, हब्बे साख कुड़ावे डिठे। हुण किहड़े साख संबंधी ने? वो उस्तत निंदा ते उस्तत निंदा वर्गे जेड़े जेड़े ख्याल ने, जदों ए मैनू कूड़ नजर आए तो पल्ले टैंडे लागी, तां जाके मैं हुण सच दे मार्ग ते चल सकदी। भाव की सी? ਅਸੀਂ ਕਿੱਥੇ ਲੈ ਗਏ? ਹੁਣ ਜਦੋਂ ਮੈਂ ਤੇਰੇ ਪੱਲੇ ਲੱਗਦੀ ਪਈ ਆ ਨਾ, ਮੈਨੂੰ ਫਿਰ ਲਾਂ ਲੈਣੀ ਪਏਗੀ। ਵੈਸੇ ਨਾ ਲਾਮ ਦਾ ਭਾਵ, ਲਾਮ ਦਾ ਇੱਕ ਅਰਥ ਭਾਈ ਕਾਨ ਸਿੰਘ ਨਾਭਾ ਲਿਖਦੇ ਨੇ ਮਹਾਨ ਕੋਸ਼ ਵਿੱਚ, ਤੋੜਨ ਦੀ ਕਿਰਿਆ। ਬੜੀ ਅਜੀਬ ਬਾਤ। ਅਸੀਂ ਤੇ ਸੋਚਦੇ ਰਹੇ ਕਿ ਲਾਮ ਦਾ ਮਤਲਬ ਹੈ ਜੁੜਨਾ, ਪਰ ਭਾਈ ਕਾਨ ਸਿੰਘ ਨਾਭਾ ਮਹਾਨ ਕੋਸ਼ ਵਿੱਚ ਲਾਮ ਦਾ ਇੱਕ ਅਰਥ ਇਹ ਵੀ ਲਿਖਦੇ ਨੇ, ਤੋੜਨ ਦੀ ਕਿਰਿਆ। ਹੁਣ ਜਦੋਂ मैं एक सच नाल जुड़ना है ना, मैनू है जो पखंड है, जो सुपरस्टिशन ने, जो है फेक मीडिया है, जो है बिना मतलब सोशल मीडिया ते उलझना है, जो मैं बिना मतलब इंस्टाग्राम ते अपनी वडियाई करनी है, लाइक्स दे खेल रही, जो मैं बस केवल रस्म पूर्तियां तक रहना है। हुण ए जो सारियां चीज़ां ने ना, इन्हां नाल साथ तोड़ना पेगा तां मैं असल लाभ लै पावांगा। राग सूही दे विच गुरु रामदास साहब जो छंत विच 4 लावां दर्ज करते हैं, वो इस तरह मान लो मानो मनुख दी मंजिल है गोबिंद मिलन की, ए तेरी वरी है। जदों भी मनुख ने एक मंजिल तक पहुंच हासिल करनी होए ते कुछ चीज़ां दा पता होना अत लाज़मी है। फॉर एग्जाम्पल, व्हाट इज माई डेस्टिनेशन, मेरी मंजिल है कि केड़ा रस्ता मैनू मेरी मंजिल तक लैके जाएगा, रस्ते दे विच केड़े केड़े पड़ाव आएंगे, ताकि पहले पड़ाव तक पहुंचा 2 साल लै ला, अगले पड़ाव तक चल सका। ते मोस्ट इंपॉर्टेंट मैनू पता किवें लगेगा कि मैं राइट मंजिल ते पहुंच चुके। गुरु रामदास साहब दी छंत दी 4 लावां मानो जिंदगी दे उस स्टेप्स ने। पहला स्टेप चुकिया, हर पहलड़ी लां प्रवृत्ति कर्म जड़ाया बलराम जी, सा लिया, अगले कदम वल चलिया, हर दुजड़ी लाम सतगुर पुरख मिलाया बलराम जी, सा लिया, तीजे स्टेप वल बदलिया, हर तीजड़ी लां मन चाओ भया बैरागिया बलराम जी,
फिर अगे जदों अपनी मंजिल तक पहुंचने की कोशिश की, हर चौथड़ी लाओ मन सहज बिया, हर पाया बलराम जी, मंजिल की सी सहज बिया। हुण वो सहज पता किवें लगेगा? दो पल लई, क्योंकि इहदे विस्तार विच मैं नहीं जाना, दो पल लई इस चीज नूं समझण दी कोशिश करिए। इस कारज नूं असीं कहंदे हां आनंद कारज। कारज की परिभाषा की है? मनुखी जिंदगी गोबिंद मिलन की, तेरी बरिया। मनुख जदों भी सफर दे विच हुंदा है ना, हलचल हुंदी है, पर जदों अपनी मंजिल तक पहुंच गया, डेस्टिनेशन तक पहुंच गया, फिर वो जो हलचल है वो खत्म, मनुख टिक गया। हुण सहज दा भाव डावाडोल दी हालत खत्म, हुण टिक गया। ਅਸੀਂ देखना कि ਅਸੀਂ जिंदगी ਦੇ ਵਿੱਚ ਟਿਕਣਾ ਕਿਵੇਂ, क्योंकि इस कारज ਨੂੰ कहते हैं आनंद कारज। आनंद मिलना किधरों है? गुरु साहब आप स्पष्ट करते हैं, गुरु साहब कहते पे ने आनंद आनंद सबको कहे, आनंद गुरु ते जाने। हुण वो आनंद मिलेगा किधरों? टेक्निक दे तरफों, उस राह नूं समझण दे पासों, ते जानिया आनंद सदा गुर ते। हुण वो आनंद है ना, वो भी टेंपररी नहीं रहना, हुण वो भी एक परमानेंट ब्लिस दी अवस्था है। हुण जदों वो परमानेंट ब्लिस दी अवस्था आएगी ना, फिर मैनूं पता लगेगा कि मैं हुण पहला कदम चुकन जा रहा हां, मैं गृहस्थ बनन जा रहा। साडी दूजी प्रॉब्लम, ਅਸੀਂ समझ लिया कि जिहदा विआह हो गया है या जो विआह करन जा रहे उसनूं कहंदे ने गिरही, ਉਹਨੂੰ ਕਹਿੰਦੇ ਨੇ ਗ੍ਰਿਸ਼ਤ। मतलब कि जिन्हें विआह नहीं कराया वो गृहस्थी नहीं, या जिहदा विआह नहीं होया वो गृहस्थी नहीं। ना 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 ना, गुरु कहंदा पे हाँ विआह इंपॉर्टेंट है, तू करा ले, पर गिरही तू पता है कद बनेगा? गृहस्थ जीवन दा धारनी पता है तू कद बनेगा? गुरु साहब गृहस्थ दी परिभाषा दिंदे ने, सो गिरही जो निग्रह करे। परिभाषा गुरु ग्रंथ साहब, सो गिरही जो निग्रह करे, जो अपने आप नूं विकारां तो रोक ले, उन्होंने अपने आप ते काबू करना आ जाए, अपनी जिंदगी दे विच पेशेंस रखनी आ जाए, जो अपने एक्शंस दे कंट्रोल विच होए, वो ऐ ना हो जाए कि जिंदगी दे विच अपने आप ते काबू ना रख सके, उसनूं कहंदे ने गिरही। सो गिरही जो निग्रह करे, करदा की है? दान की मंगदा है? जप तप संजम भीख्या करे। वो दान ऐ मंगदा है कि मेरे जीवन दे विच जप तप भाव, मेरी जिंदगी दे विच ज्ञान भाव, मेरी जिंदगी दे विच उच्चा किरदार आ जाए। हुण मैं ऐ मंगदा पिया, जो ऐ मंगेगा वो गिरही। जिंदगी किवें जींदा है? गुरु साहब कहंदे पे ने, सो गिरही जो निग्रह करे, जप तप संजम भीख्या करे, पुण्य दान का करे शरीर, सो गिरही गंगा का नीर। जो अपनी जिंदगी नूं पुण्य दान का करे शरीर, अपनी जिंदगी नूं खलकत दी भलाई लई सरेंडर कर दे, और सिर्फ सेल्फ सेंटर्ड होके, सिर्फ सेल्फिश मोटिव लई जिंदगी नहीं, वो किसी लई भी जीना सीख जांदा है। अपने लिए तो हर बंदा जींदा है, जे तू किसी लई भी जीना सीख लिया ना, इसनूं कहंदे ने गिरही। जो किसी लिए भी जीना सीख जाएगा ना, फिर वो एक चीज समझ जाएगा, वो हर चीज से प्रोटेस्ट नहीं करेगा, वो प्रोटेक्ट करना सीख जाएगा। रिपीट करा, साडी जिंदगी विच असी केवल प्रोटेस्ट करना सीखे हैं, असी किसी नूं प्रोटेक्ट करना नहीं सीखे। जे प्रोटेक्ट करना सीख गए होंदे ते शायद प्रोटेस्ट भी किस चीज का करना है ते किवें करना है सानू समझ आ गया होंदा, ताकि असी अपनी मंजिल तक एक्चुअल पहुंच सकते। गुरु साहब कहंदे पे ने, भलिया पुरखा, जो तू एक्चुअल मंजिल तक पहुंचना चाहना है ना, जे तू गिरही दी परिभाषा समझ गए हैं, फिर वो जो गुरु साहब चार लावां विच समझांदे पे ने, गुरु साहब कहंदे पे ने, हर पहलड़ी लाम पर विरती कर्म दृढ़ाया बलराम जियो, बानी ब्रह्मा वेद धर्म दृढ़ो पाप तजाया बलराम जियो। हुण पहली लाम विच की दृढ़ कराया? प्रवृत्ति कर्म। हुण दुनिया कहंदी सी कि जेड़ा परिवार विच रहिंदा है, रिश्तियां दे विच रहिंदा है, हुण उन्हां दे नाल रहिंदियां होया रब्बी मिलाप नहीं हो सकता। पर गुरु कहंदा पे, जिस रब दी मैं परिभाषा करदा पिया, वो रब्बी गृहस्थी है। गृहस्थन में तू बड़ो गृहस्थी। हुण जो गृहस्थी है, हुण उहदा घर-बार भी चाहिदा है। हुण जो रब है, उहदा घर-बार किधर है? गुरु साहब कहंदे पे ने, ये जग सच्चे की है, कोठड़ी सच्चे का विश्वास। हुण हर जगह एवरीथिंग इज गॉड, हर चीज रब ही रब है। असीं कहंदे पे ना रब कोई बाहर है, गुरु कहंदा पे नहीं, तू भी रब दा हिस्सा है, ते जो देखदा पे वो भी रब ही है। हुण जदों रब एक है, पर जदों सब कुछ एक रब ही है,
फिर जदों निर्विरत दी पासे जो लोग जींदे पे ना कि परिवार विच रहिया रब्बी मिलाप नहीं हो सकता, गुरु साहब स्पष्ट करते पे ने परविरत निर्विरत हाठां दोवें विच धर्म फिरे रे बारिया। हुण परविरत दा एक भाव भाई कान सिंह नाभा महान कोश विच उहदे एक अर्थ लिखते ने मन दी विहार वल लगन। बड़ी अजीब बात, मन दे विहार वल लगन गुरु साहब दी बानी चों ही समझी। एक पासे परविरत निर्विरत हाठां दोवे ते है, पर गुरु साहब कहंदे पे ने जो मैं तेनू प्रवृत्ति कर्म दृढ़ करांदा पिया ना, वो तेरा तू आलसी होके नहीं बैठना, तू कर्म करना है। पर वो कर्म करना केड़ा है? हर पैलड़ी लाम प्रवृत्ति कर्म दृढ़ाया बलराम जियो, बानी ब्रह्मा वेद धर्म दृढ़ो पाप तजाया। बलराम जियो, मैं केवल दो नुक्ते इधर समझे करने। जो तेरी विचारधारा तेरी सोच है ना बानी ब्रह्मा वेद, वो कंस्ट्रक्टिव होए, उहदे चों कुछ चीज़ां पैदा होण, वो डिस्ट्रक्टिव ना हो। बानी जो तेरी विचारधारा बनती पई है, बानी ब्रह्मा वेद धर्म दृढ़ो, तेरी विचारधारा जदों कंस्ट्रक्टिव हो जाएगी तो फिर तू निर्वृत्ति वाले ख्याल नहीं, तू असल निर्वृत्ति ते असल प्रवृत्ति समझ जाएगा। पर उहदे लई लोड़ की है? बानी ब्रह्मा वेद धर्म दृढ़ो। असी धर्म समझ लिया, तो मैं पहले जिक्र की थी, खास जगह ते जाना, तीर्थ यात्रावां करनियां। गुरु साहब धर्म की परिभाषा समझाते पे ने मनुखी फर्जां दे पहचान। जदों तू अपने फर्जां के प्रति ईमानदार हो गया ते तू मेहनत की कि मैं होर अपने फर्ज बखूबी निभा सका। जे अज तक मैं छड़ा सी, मैं जो करदा आया, हुण अज तू मेरा हुण जदों ब्याह हो जाएगा तो मैं उस परथाए भी अपनी ड्यूटी समझ जावां। अपनी ड्यूटी के प्रति ईमानदार होना ही कहते हैं धर्म। पर उहदे लई एक चीज होर जरूरी है। पहली लाम दे विच गुरु साहब बार बार स्पष्ट करते पे ने पाप तजाया बलराम जियो, पाप की बिरती नूं छड्ड दे। अपराध शरीरक तल ते कीता जांदा है, अपराध लई कॉन्स्टिट्यूशन विच सजा है। पाप नजर नहीं आता, पाप जन्म लैंदे मनुख की सोच तो, मनुख के थॉट प्रोसेस। गुरु कहते भलिया पुरखा अपराध तो बड़ी दूर की गल है, अपराध जन्म लेगा पाप, तू तैं पाप भी नहीं करना, तू भैड़ी सोच अपनी जिंदगी दे विच लैके भी नहीं आनी। जदों मनुख भैड़ी सोच लैके ही नहीं आ रहा, फिर एक गल दसो, सुख दा ऑपोजिट दुख, खुशी दा ऑपोजिट दुखी, सुहेला दा ऑपोजिट दुहेला। जदों मनुख दे जीवन दे विचों पाप दी बिरती दूर हो जाए, कि आनंद दा ऑपोजिट हुंदा है? आनंद का कोई ऑपोजिट ही नहीं है। हुण जे आनंद का ऑपोजिट नहीं है, फिर जे तू रिश्ता जोड़दा पे, बंधन नहीं दे विच पै रहा, जे तू रिश्ता जोड़दा पे, कि तू रिश्ता तोड़ेगा कदी? कि डिवोर्स दी हालात कदी वापरनगे? वापर सकते ही नहीं। क्यों नहीं वापरनगे? क्योंकि पाप दी बिरती तैं छड्डदा पे। पर साडी दिक्कत पता की वापरी, असीं फिर दोबारा समझिया बस है केवल 5 मिनटां विच ना दावां पढ़ियां जानियां ने। उस वक्त ऐश पंक्तियां ए छंत केवल लड़का लड़की लई। जे ए चीज हर मनुख अपने आप ते लागू करदा, साडे घर ही धर्म स्थान होंदे, साडा शरीर ही हरमंदर ए शरीर बनया होंदा। पर असी क्योंकि हर चीज नू रस्म पूर्ति तक लै गए, इसलिए दूसरी स्टेप तक, पहला स्टेप पहुंच गए, पाप दी बिरती छड्ड दे। पहला स्टेप की समझ आया? कि अपनी फर्जां दे प्रति हुण ईमानदार हो जा। पहला स्टेप समझ आया? पाप दी बिरती छड्ड दे। पहला स्टेप समझ आया? अपनी जिंदगी दे विच बानी ब्रह्मावेद कंस्ट्रक्टिव ख्याल लैके आ, डिस्ट्रक्टिव बिरती नाल ना जा। जदों इधर पहुंच गया तू दूजे स्टेप तक पहुंचेगा। दूजा स्टेप की है? हर दूजड़ी लाम सतगुर पुरख मिलाया बलराम जियो। ओ जदों सच्चा ज्ञान नाल तेरी सुरती दा संबंध पै गया, हुण तू जिंदगी बस बिना मतलब नहीं जींदा पिया। यू हैव द नॉलेज एंड यू हैव अ पर्पस इन लाइफ। फिर जदों पर्पस हो जाना, बंदी जिंदगी चों डर निकल जाता है। जो होएगा देखा जाएगा। अब किस चीज का डर? जिसनों दूजी लाम विच कहंदे ने, हर दूजड़ी लाम सतगुर पुरख मिलाया बलराम जियो, निरभौ पै मन होए, हौमे मैल गवाया बलराम जियो, निर्मल भौ पाया हर गुण गाया। दो नुक्ते इधर भी विचार लिए। एक गल का जिक्र किया, हौमे मैल गवाया बलराम जियो। केवल पति पत्नी ने दुनिया के हर रिश्ते में जिहड़ी सब तो अहम चीज जो प्रॉब्लम क्रिएट कर दी है, वह है हौमे। जिन्होंने गुरु साहब कहते पे ने हौमे दीर्घ रोग है, जिन्होंने गुरु साहब कहते पे ने हौमे रोग मानुक को दीना। जे तू सोचता है ना मैं इन्ना सोना, मैं इन्नी सोनी, जे तू सोचता है मैं इन्ना पढ़िया लिखिया, हाँ जे तू पढ़िया लिखा है, तेरे अंदर ज्यादा क्वालिटीज हैं,
ਹੁਣ ਕੋਸ਼ਿਸ਼ ਕਰ ਦੂਜੇ ਨੂੰ ਦੇਣਾ ਸਿੱਖ, ਪ੍ਰੈਸ਼ਰ ਪਾ ਦੂਜੇ ਤੇ, ਉਹ ਚੀਜ਼ ਉਸਨੂੰ ਵੀ ਉੱਤੇ ਵਾਲੇ ਲੈਵਲ ਤੇ ਲਿਆ। ਇਹ ਨਹੀਂ ਕਹਿ ਰਿਹਾ ਕਿ ਜੇ ਕੋਈ ਥੱਲੇ ਹੈ, ਜੇ ਕੋਈ ਉੱਤੇ, ਉਹ ਥੱਲੇ ਦਾ ਥੱਲੇ ਰਹੇ, ਉੱਤੇ ਦਾ ਉੱਤੇ ਰਹੇ। ਪ੍ਰੈਸ਼ਰ ਪਾ, ਪਰ ਚੇਤਾ ਰੱਖੀ ਜੇ ਤੂੰ ਉਸ ਹੌਂ ਦੇ ਵਿੱਚ ਰਿਹਾ ਨਾ, ਮੇਰੇ ਵਰਗਾ ਕੋਈ ਨਹੀਂ। ਜਦ ਉਸ ਹੌਂ ਦੇ ਕਰਕੇ ਹੀ ਹੋ ਸਕਦਾ ਹੈ ਕੋਈ 80-90 ਸਾਲ ਦਾ 10 ਸਾਲ ਦੇ ਬੱਚੇ ਚੋਂ ਨਾ ਸਿੱਖ ਪਾ ਰਿਹਾ ਹੋ, ਕਿਉਂਕਿ ਆਪਣਾ ਤਜਰਬਾ ਨਾਲ ਲੈ ਕੇ ਆ ਰਿਹਾ। ਜੇ ਤੂੰ ਆਪਣੀ ਇਹ ਮਨ ਕੀ ਮਤ ਛੱਡ ਦਿੱਤੀ ਕਿ ਹੋ ਸਕਦਾ ਹੈ ਕੋਈ 10 ਸਾਲ ਦੀ ਵੀ ਸਿਆਣੀ ਚੀਜ਼ ਮੈਨੂੰ ਸਮਝਾ ਸਕਦਾ ਹੈ, ਫਿਰ ਤੇਰੀ ਜ਼ਿੰਦਗੀ ਦੇ ਵਿੱਚ ਪਤਾ ਹੈ ਆਣਾ ਕੀ ਹੈ? ਨਿਰਮਲ ਭਉ ਪਾਇਆ ਹਰ ਗੁਣ ਗਾਇਆ। ਦੂਜੀ ਚੀਜ਼, ਇੱਕ ਪਾਸੇ ਰੋਜ਼ ਪੜ੍ਹਦੇ ਹੋ ਨਿਰਭਉ ਨਿਰਵੈਰ, ਜ਼ਿੰਦਗੀ ਦੇ ਵਿੱਚ ਨਿਰਭਉ ਬਣਨਾ, ਨਿਰਵੈਰ ਬਣਨਾ, ਪਰ ਇਧਰ ਦੂਜੜੀ ਲਾਭ ਵਿੱਚ ਗੁਰੂ ਸਾਹਿਬ ਕਹਿੰਦੇ ਪਏ ਨੇ ਨਿਰਮਲ ਭਉ ਪਾਇਆ ਹੈ। ਭਉ ਪਾਣ ਦੀ ਗੱਲ ਕਰਦੇ ਪਏ ਨੇ, ਬੜੀ ਅਜੀਬ ਬਾਤ। ਨਿਰਮਲ ਭਉ ਕੀ ਹੁੰਦਾ ਹੈ? ਨਿਰਮਲ ਭਉ ਸੌਖੇ ਲਫ਼ਜ਼ਾਂ ਵਿੱਚ ਸਮਝੋ ਮੁਹੱਬਤ ਦੀ ਇੱਕ ਸਿਖਰ। ਜਦੋਂ ਅਸੀਂ ਕਿਸੇ ਨਾਲ ਬਹੁਤ ਮੁਹੱਬਤ ਕਰੀਏ, ਸਾਡੀ ਕੋਸ਼ਿਸ਼ ਹੁੰਦੀ ਹੈ ਅਸੀਂ ਇਹੋ ਜਿਹਾ ਕੋਈ ਕੰਮ ਨਾ ਕਰੀਏ ਜਿਸ ਕਰਕੇ ਉਸ ਨੂੰ, ਜਿਹਦੇ ਨਾਲ ਮੁਹੱਬਤ ਕਰਦੇ ਪਿਆ, ਉਸ ਨੂੰ ਪੀੜਾ ਪਏ। ਜੇ ਸੱਚੇ ਗਿਆਨ ਦੇ ਅੱਗੇ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ ਹੈ, ਜੇ ਸਮਝ ਲਿਆ ਰੱਬ ਮੇਰੇ ਅੰਦਰ ਹੈ ਤੇ ਰੱਬ ਦੀ ਪਰਿਭਾਸ਼ਾ ਮੈਂ ਗੁਨਾਹ ਵਾਲੀ ਕਰਦਾ, ਫਿਰ ਮੈਂ ਇਹੋ ਜਿਹੇ ਕੰਮ ਨਹੀਂ ਕਰਾਂਗਾ ਜਿਸ ਕਰਕੇ ਜ਼ਿੰਦਗੀ ਦੇ ਵਿੱਚ ਮੈਂ ਅਵਗੁਣਾ ਦੇ ਆਸਰੇ ਜ਼ਿੰਦਗੀ ਜੀਆਂ, ਜਿਸ ਕਰਕੇ ਇਗਨੋਰੈਂਸ ਦੇ ਵਸ ਜ਼ਿੰਦਗੀ ਜੀਆਂ, ਜਿਸ ਕਰਕੇ ਭਰਮ ਦੇ ਵਿੱਚ ਜੀਆਂ। ਇੱਕ ਹੁੰਦਾ ਹੈ ਕਰਮ ਜੋ ਹਰ ਮਨੁੱਖ ਨੇ ਕਰਨੇ ਨੇ। ਹੁਣ ਤੇਰੇ ਉੱਤੇ ਡਿਪੈਂਡ ਕਰਦਾ ਹੈ ਕਰਮ ਤੂੰ ਧਰਮ ਦੇ ਦਾਇਰੇ ਦੇ ਵਿੱਚ, ਭਾਵ ਮਨੁੱਖੀ ਫਰਜ਼ਾਂ ਦੇ ਦਾਇਰੇ ਵਿੱਚ ਕਰਨੇ ਨੇ ਕਿ ਭਰਮ ਦੇ ਦਾਇਰੇ ਵਿੱਚ ਕਰਨੇ ਨੇ। ਜੇ ਤੂੰ ਭਰਮ ਦੇ ਦਾਇਰੇ ਵਿੱਚ ਕਰਦਾ ਰਿਹਾ ਤੇ ਤੇਰੀ ਜ਼ਿੰਦਗੀ ਵਿੱਚ ਅਸਲ ਮੁਹੱਬਤ ਨਹੀਂ ਆਣੀ। ਜੇ ਤੂੰ ਉਸ ਨੂੰ ਧਰਮ ਦੇ ਦਾਇਰੇ ਵਿੱਚ ਲਿਆਇਆ ਤੇ ਗੁਰੂ ਸਾਹਿਬ ਕਹਿੰਦੇ ਪਏ ਨੇ ਨਿਰਮਲ ਭਉ ਪਾਇਆ ਹਰ ਗੁਣ ਗਾਇਆ। ਉਹ ਮੁਹੱਬਤ ਦਾ ਸਿਖਰ ਇੰਜ ਮਿਲੇਗਾ ਜਦੋਂ ਤੂੰ ਹਰ ਗੁਣ ਗਾਇਆ, ਰੱਬੀ ਗੁਨਾਹ ਨੂੰ ਗਾਏਂਗਾ। ਰੱਬੀ ਗੁਨਾਹ ਨੂੰ ਕਿਵੇਂ ਗਾਏਂਗਾ? ਪੜ੍ਹਦੇ ਹੋ ਨਾ, ਅਸੀਂ ਵੈਸੇ ਤੇ ਬਹੁਤ ਵਾਰੀ ਡਿਸਕਸ ਕਰ ਚੁੱਕੇ ਹਾਂ। ਗਾਵਨ ਤੁਧਨੋਂ ਪਵਨ ਪਾਣੀ ਬੈਸੰਤਰ, ਪਾਣੀ ਗਾ ਰਿਹਾ, ਅੱਗ ਗਾ ਰਹੀ ਹੈ, ਹਵਾ ਗਾ ਰਹੀ ਹੈ। ਕਿ ਛੈਣੇ ਵਜਾਉਂਦੇ ਦੇਖੇ ਹਵਾ ਨੂੰ, ਅੱਗ ਨੂੰ ਕਦੀ ਢੋਲਕੀ ਚਿਮਟਿਆਂ ਨਾਲ ਵੇਖੇ? ਗੁਰੂ ਸਾਹਿਬ ਕਹਿੰਦੇ ਪਏ ਨੇ ਗਾਵਨ ਤੁਧਨੋਂ ਪਵਨ ਪਾਣੀ ਬੈਸੰਤਰ। ਕਿਵੇਂ ਗਾਉਂਦੇ ਨੇ? ਜਦੋਂ ਅੱਗ ਦਾ ਕੀ ਕੰਮ ਹੈ? ਤਪਸ਼ ਦੇਣਾ। ਅੱਗ ਨਹੀਂ ਕਹਿੰਦੀ ਮੈਂ ਠੰਡਕ ਦੂੰ। ਅੱਗ ਦਾ ਜੋ ਕੰਮ ਹੈ ਉਹ ਕੁਦਰਤ ਦੇ ਨਿਯਮ ਦੇ ਅਨੁਸਾਰ ਚੱਲਦੀ ਹੈ, ਇਹਨੂੰ ਕਹਿੰਦੇ ਪਏ ਨੇ ਗਾਣਾ। ਇਹ ਮਨੁੱਖ, ਤੇਰਾ ਕੰਮ ਹੈ ਮਨੁੱਖੀ ਜ਼ਿੰਦਗੀ ਜੀਣੀ, ਇਨਸਾਨੀਅਤ ਭਰਪੂਰ ਜ਼ਿੰਦਗੀ ਜੀਣੀ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ ਨੂੰ ਸਮਝ ਲੈਣਾ। ਜਦੋਂ ਤੂੰ ਉਸ ਆਸਰੇ ਜ਼ਿੰਦਗੀ ਜੀਂਦਾ ਪਿਆ ਹੈ, ਉਸਨੂੰ ਕੀ ਕਹਿੰਦੇ ਨੇ? ਹਰ ਗੁਣ ਗਾਇਆ। ਤੂੰ ਰੱਬੀ ਲਾਜ਼ ਆਫ ਨੇਚਰ ਦੇ ਅਨੁਸਾਰ ਆਪਣੀ ਜ਼ਿੰਦਗੀ ਜੀਏਗਾ, ਤੂੰ ਸੈਕਿੰਡ ਸਟੈਪ ਤੱਕ ਪਹੁੰਚ ਗਿਆ। ਸੁਖੀ ਰਹਿੰਦਾ ਜ਼ਿੰਦਗੀ ਵਿੱਚ, ਆਨੰਦ ਚਾਹੁੰਦਾ। ਪਹਿਲਾ ਸਟੈਪ ਕੀ ਸੀ? ਪਾਪ ਛੱਡ ਦੇ। ਪ੍ਰੋਟੈਕਟ, ਡੋਂਟ ਪ੍ਰੋਟੈਸਟ। ਆਪਣੇ ਜੀਵਨ ਦੇ ਵਿੱਚ ਕੰਸਟਰਕਟਿਵ ਖਿਆਲ ਲਿਆ। ਦੂਜਾ ਸਟੈਪ ਕੀ ਆਇਆ? ਜ਼ਿੰਦਗੀ ਦੇ ਵਿੱਚ ਨਾ ਥੋੜੀ ਨੌਲੇਜ ਲੈ ਕੇ ਆਣੀ ਸ਼ੁਰੂ ਕਰ, ਬਿਨਾਂ ਮਤਲਬ ਫਜ਼ੂਲ ਦੇ ਆਸਰੇ, ਕਹਾਣੀਆਂ ਦੇ ਆਸਰੇ। ਵੈਸੇ ਨਾ ਇੱਕ ਸਾਡੇ ਵਿੱਚ ਬੜੀ ਕੁਆਲਿਟੀ ਹੈ, ਜਿਸ ਬੰਦੇ ਨੇ ਜ਼ਿੰਦਗੀ ਵਿੱਚ ਇੱਕ ਕਿਤਾਬ ਵੀ ਨਾ ਪੜ੍ਹੀ ਹੋਏ ਨਾ, ਜਦੋਂ ਵੀ ਵਿਆਹ ਹੋਣ, ਅੱਜ ਕੱਲ ਦੇ ਹਾਲਾਤ ਵੱਖਰੇ ਨੇ, ਜਦੋਂ ਹਾਲਾਤ ਵਿੱਚ 100 200 300 400 ਬੰਦਾ ਇਕੱਠਾ ਹੁੰਦੇ ਨਾ, ਤੁਹਾਨੂੰ 8-10 ਬੰਦੇ ਜ਼ਰੂਰ ਮਿਲਦੇ ਨੇ ਜੋ ਤੁਹਾਨੂੰ 2 ਘੰਟੇ ਬਿਠਾ ਕੇ ਆਪਣਾ ਤਜਰਬਾ ਜ਼ਰੂਰ ਸਾਂਝਾ ਕਰ ਸਕਦੇ ਨੇ, ਭਾਵੇਂ ਜ਼ਿੰਦਗੀ ਵਿੱਚ ਇੱਕ ਕਿਤਾਬ ਨਾ ਪੜ੍ਹੀ। ਗੁਰੂ ਕਹਿੰਦਾ ਪਿਆ ਤੂੰ ਇਸ ਆਧਾਰ ਤੇ ਜ਼ਿੰਦਗੀ ਨਾ ਜੀ, ਆਪਣੀ ਜ਼ਿੰਦਗੀ ਦੇ ਵਿੱਚ ਗਿਆਨ ਲੈ ਕੇ ਆਈ। ਜਦੋਂ ਗਿਆਨ ਦੇ ਆਸਰੇ ਜ਼ਿੰਦਗੀ ਜੀਏਗਾ, ਫਿਰ ਤੂੰ ਅਗਲੇ ਸਟੈਪ ਤੱਕ ਪਹੁੰਚ ਸਕੇਗਾ। ਅਗਲਾ ਸਟੈਪ ਕੀ? ਹਰ ਤੀਜੜੀ ਲਾਮ ਮਨ ਚਾਉ ਭਇਆ ਬੈਰਾਗਿਆ ਬਲਰਾਮ ਜੀ। ਹੁਣ ਚਾਹ ਪੈਦਾ ਹੋਣਾ ਸ਼ੁਰੂ ਹੋਏਗਾ। ਕਿਉਂ? ਕਿਉਂਕਿ ਜ਼ਿੰਦਗੀ ਦੇ ਵਿੱਚ ਇੱਕ ਬੈਰਾਗ ਆਏਗਾ। ਬੈਰਾਗ ਦਾ ਮਤਲਬ ਡਿਪਰੈਸ਼ਨ ਨਾ ਸਮਝ ਜਾਇਓ। ਗੁਰੂ ਸਾਹਿਬ ਵੀ ਬੈਰਾਗ ਦੀ ਪਰਿਭਾਸ਼ਾ ਸਪਸ਼ਟ ਕਰਦੇ ਨੇ। ਗੁਰੂ ਸਾਹਿਬ ਕਹਿੰਦੇ ਪਏ ਨੇ ਜੋ ਮਨ ਮਾਰੇ ਆਪਣਾ ਸੇ ਪੁਰਖ ਬੈਰਾਗੀ। ਜਿਸਨੇ ਆਪਣੇ ਮਨ ਨੂੰ ਕੰਟਰੋਲ ਵਿੱਚ ਕਰ ਲਿਆ ਉਹ ਅਸਲ ਬੈਰਾਗੀ ਹੈ। ਜੇ ਤੂੰ ਆਪਣੇ ਮਨਾਂ ਨੂੰ ਕੰਟਰੋਲ ਵਿੱਚ ਕਰਨਾ ਸਿੱਖ ਲਿਆ ਤੇ ਹੋਏਗਾ ਕਿ ਹਰ ਤੀਜੜੀ ਲਾਮ ਮਨ ਚਾਉ ਭਇਆ ਬੈਰਾਗੀਆ ਬਲਰਾਮ ਜੀਓ। ਸੰਤ ਜਨਾ ਹਰ ਮੇਲ ਹਰ ਪਾਇਆ ਵਡਭਾਗੀਆ ਬਲਰਾਮ ਜੀਓ। ਸੰਤ ਜਨ ਦਾ ਭਾਵ ਗੁਣ। ਸੰਤ ਕਿਸੇ ਬੰਦੇ ਦੀ ਗੱਲ ਨਹੀਂ ਚੱਲਦੀ ਪਈ, ਸੰਤ ਹੁੰਦਾ ਹੈ ਰੱਬੀ ਗੁਣ, ਸੰਤ ਹੁੰਦਾ ਹੈ ਗੁਰੂ ਤੇ ਬਹੁ ਵਚਨ ਵਿੱਚ ਉਹ ਗੁਣਾ ਦੀ ਗੱਲ ਚੱਲਦੀ ਪਈ ਹੈ। ਉਹ ਜਦੋਂ ਰੱਬੀ ਗੁਣ ਆਪਣੀ ਜ਼ਿੰਦਗੀ ਦੇ ਵਿੱਚ ਲਿਆਇਆ ਤੇ ਹੋਏਗਾ ਕਿ ਨਿਰਮਲ ਹਰ ਪਾਇਆ। ਉੱਤੇ ਨਿਰਮਲ ਭਉ ਦੀ ਗੱਲ ਕੀਤੀ, ਇਧਰ ਨਿਰਮਲ ਹਰ ਦੀ ਗੱਲ ਕੀਤੀ। ਨਿਰਮਲ ਦਾ ਭਾਵ ਨਿਰ ਪਲਸ ਮਲ, ਮੈਲ ਤੋਂ ਰਹਿਤ। ਜਦ ਤੱਕ ਤੇਰੀ ਜ਼ਿੰਦਗੀ ਦੇ ਵਿੱਚ ਮੈਲ ਹੈ, ਤੂੰ ਜ਼ਿੰਦਗੀ ਦੇ ਵਿੱਚ ਸੁਹੇਲਾ ਨਹੀਂ ਹੋ ਸਕਦਾ। ਜੇ ਤੂੰ ਸੁਹੇਲਾ ਹੋਣਾ ਚਾਹੁੰਦਾ ਹੈ, ਅਗੇਨ ਆਪਣੀ ਜ਼ਿੰਦਗੀ ਨੂੰ ਸਿੰਪਲ ਰੱਖ। ਜੇ ਤੂੰ ਝੂਠ ਬੋਲੇਗਾ ਤੈਨੂੰ ਝੂਠ ਯਾਦ ਰੱਖਣਾ ਪਏਗਾ। ਜੇ ਤੂੰ ਸੱਚ ਬੋਲੇਗਾ ਕਦੀ ਯਾਦ ਰੱਖਣ ਦੀ ਲੋੜ ਹੀ ਨਹੀਂ। ਉਸਨੂੰ ਕਹਿੰਦੇ ਨੇ ਨਿਰਮਲ। ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ। ਸੰਤ ਜਨਾ ਵਡਭਾਗੀ ਪਾਇਆ ਹਰ ਕਥੀਏ। ਅਕਥ ਕਹਾਣੀ। ਹੁਣ ਤੂੰ ਅਕਥ ਕਹਾਣੀ ਕਰਨ ਜੋਗਾ ਹੋ ਜਾਏਗਾ। ਅਕਥ ਕਹਾਣੀ ਕੀ ਹੈ? ਕਿ ਆਵੋ ਭੈਣੇ ਗੱਲ ਮਿਲਾਂ,
अंक सहेलड़ियां मिलके करें कहानियां, समर्थ कंत किया कहानियां कड़ियां करियां ने, साचे साहिब सब गुण अवगुण सब असा। हुण अकथ कहानी सिंपल परिभाषा समझ जाओ, रोज सवेरे उठदे ना शीशे अगे खड़े हो जाए, अज मैं की सीखना है। रोज सवेरे उठदे ना शीशे अगे खड़े जाए, अज ए चीज मैं हासिल करना चाहना, ए गुण मैं धारण करना चाहना। तुसी जिंदगी दे विच इन्ने बिजी रहोगे ना कि तुहानू एक दूजे नाल झगड़न दा टाइम ही नहीं मिलना। जे अपनी जिंदगी दे विच तुसी कुछ ऑब्जेक्टिव ले आए, तुसी जिंदगी विच शौक ले आए, तुसी उन्हां शौक दे प्रति जिंदगी गुजारी, तुहाडे कोल हिम्मत नहीं रहनी बिना गल ते बैसन दी, फिर तुसी चौथे स्टेप लई चलण लई तैयार हो जाओगे, जिसनू गुरु साहब कहंदे ने हर चौथड़ी लाम मन सहज भया हर पाया बलराम जीओ। शुरुआत मैं किधरों कीती सी? मंजिल तक पहुंचण दा एक निशानी हुंदी है जदों बंदा सफर कर रहा हुंदा है, जिंदगी दे विच हलचल हुंदी है। जदों बंदा मंजिल तक पहुंच गया, जदों मंजिल ते पहुंच गया ते हलचल खत्म, सहज दा भाव डावाडोल दी हालत खत्म। रोज तू कदी डिप्रेशन में आंदा है, रोज कदी सड़कां ते भंगड़े पांदा है, कबों जेड़ा ऊब चढ़ता है, कबों जाए प्याले वाली हालत में रहिंदा है। जदों तू ये स्टेप दर स्टेप चलदा रहा ते होएगा कि हर चौथड़ी लाभ मन सहज बिया, हुण तू टिक गया यार, अब मेरी जिंदगी मैंने सिंपल बना ली, अब मैं बिना मतलब कॉम्प्लिकेट नहीं करता। नतीजा की निकलेगा? हर पाया बलराम जी हो। अरे यार, मैं जिस रब की कहानियां जिंदगी में 20-30 सालों से डाल रहा था, पता लगा रब तो मेरे अंदर ही सी। पता लग गया अपने जो उतले बंद विच आया, अपनी हों करके मिलाप नहीं हो रहा सी। इस करके जदों मैनू समझ आया कि मैं आप कमाने विछड़ी सी। इन्हां लावा तुसीं कुछ पन्ने पहला जाओगे, सूही राग दे विच तुहानू 3 सिरलेख मिलणगे। पहला सिरलेख मिलेगा कुचज्जी, आरंभ कीती ना असी, ए जगत ममता मुआ जीवन की विदनाएं, चज नहीं सी मैं कुचज्जी बन गई सी। अगला स्टेप है सुचज्जी। हुण मैनू पता लग्या कि मैं अपने कम्मा करके मेरी जिंदगी विच चज नहीं आ रहा सी, हुण मैं चज लियाना शुरू कीता ते की बनी सुचज्जी। अगला स्टेप आ गया गुणवंती, जिसनू कहंदे पे ने जो दीसे गुर सिखड़ा तिस निव निव लागो पाए जियो। हुण जो जो मैनू गुरु की सिक्ख्या समझ आंदी पई है, ਉਹ ਸਿੱਖਿਆ ਤੇ ਬੜੀ ਨਿਮਰਤਾ ਦੇ ਨਾਲ ਮੈਂ ਉਸ ਤੇ ਆਪਣੇ ਆਪ ਨੂੰ ਸਰੈਂਡਰ ਕਰਦਾ ਪਿਆ। ਤੇ ਸਰੈਂਡਰ ਕਿਵੇਂ ਕਰਾਂਗਾ? ਇਹ ਉਸਤਤ ਨਿੰਦਾ ਦੇ ਖਿਆਲ ਛੱਡ ਕੇ, ਜਿਸ ਨੂੰ ਕਹਿੰਦੇ ਪਏ ਨੇ ਉਸਤਤ ਨਿੰਦਾ ਨਾਨਕ ਜੇ ਮੈਂ ਹੰਬ ਵਜਾਈ ਛੋੜਿਆ, ਹਬ ਕਿਛ ਤਿਆਗੀ ਹੱਬੇ ਸਾਖ ਕੁੜਾਵੇ ਡਿੱਠੇ ਤੋ ਪੱਲੇ ਟੈਂਡੇ ਲਾਗੀ। ਇਹ ਸਾਰੇ ਉਸਤਤ ਨਿੰਦਾ ਜਦੋਂ ਮੈਂ ਜ਼ਿੰਦਗੀ ਤੋਂ ਤਿਆਗਾਂਗੀ ਜਾਂ ਤਿਆਗਾਂਗਾ, ਹੁਣ ਮੇਰੀ ਜ਼ਿੰਦਗੀ ਵਿੱਚ ਝਗੜੇ ਖਤਮ। जे नहीं त्यागे, अगले श्लोक में गुरु साहब कहते पे ने महला पंजवा, फिरदी फिरदी नानक जियो फावी थी ही बहुत दिशावर पंदा। जदों रब नू मैं इन्नी महसूस किया कि मैं रब वांग होके जिंदगी जीनी है, हुण मैं फिरदी फिरदी, हुण मैं भटकदी रही, फावी थी ही। हुण पता की होया, हुण मैं बड़ी व्याकुल रही। बंदा जदों टिक के सो जाता है ना, वो अवस्था में मान ही नहीं पा रही सी। मैं हर वक्त व्याकुल सी। क्यों सी? क्योंकि बहुत दिशा पंधा। मैं इस करके मैं दुखी सी ते सुखी होना चाहती हाँ। अगली पंक्ति में गुरु साहब कहते ने ताहो सुख सुखाली सुती। मैं पता है चैन से कब सो पाऊंगी? जब ऊपर वाली पंक्ति में जो मैं फिरदी फिरदी वाली हालत थी ना, जो मैं हर पासे जा रही थी, वो बिरती मैं छड़ देती, मैं सुखी कद होवांगी? गुरु साहब कहते पे ने ताहो सुख सुखाली सुती जहां गुर मिल सज्जन मैं लद्दा। जे वो गुरु मित्र मैं अपने जीवन दे विच लब लिया, जदों मैं अपनी जिंदगी दे विच ज्ञान ले आई, तां मैं सुखी हो सकदी हां। नतीजा की निकलिया? अपना सुखी होना है बंदियां तेरे अपने उत्ते। अपने सुख तू दूजियां ते डिपेंड करेगा ते कदी सुखी नहीं हो पाएगा। जे तू सुखी होना चाहता है, तेनू अपनी बाजी अपनी जिंदगी नू अपने हत्थां दे विच लेना पएगा। ओ जदों तू लेगा, ये जो फिरदी फिरदी वाली हालत सी हुण ओ खत्म हो जाएगी। हुण आ जाओ पौड़ी तक। टॉपिक चलता पे साख संबंधी रिश्तेदार जो मैं बनाए ने, किहड़े बनाए सी? उस्तत निंदा वाले। हुण जदों उस्तत निंदा वाले रिश्तेदार सी, तां तक मैं रब जी दे पल्ले नहीं लग पा रही सी। जदों वो उस्तत, जे मैं रब जी दे पल्ले लगना चाहनी हाँ, मैनू उस्तत निंदा वाली बिरती छड्डनी पेगी। हुण जदों यह टॉपिक समझ आ गया ते पौड़ी दे विच गुरु साहब कहंदे पए ने सब्बे दुख संताप जां तुदों भुल्लीए। जिंदगी विच मैं दुखी हाँ ना, पता है दुखी क्यों हाँ?
क्योंकि मेरी जिंदगी विच फोकी उस्तत निंदा है, मेरी जिंदगी विच ना एक दूजे दे अंदर रब वेखना मैनू नहीं आ रहा, इस करके कोई होर नहीं, मैं आप कमाने विछड़ी अपने कम्मा करके दुखियां, सब्बे दुख संताप जा तुधों भुल्लीए, जे कीचन लख उपाओ। लख यतन कीते, लख कर्म कांड कीते, पता नहीं किहड़े किहड़े चलिए कीते, किधर किधर दान पुण्य कीते, पता नहीं लखां करोड़ा पाठ करदा रहा, पर वो पाठ पढ़िए ना ही भेद बुझिए पावा, उन्होंने समझन तक नहीं रहा, बस कर्म कांडा तक सीमित रह गया। गुरु साहब कहते ने जे कीचन लख पाओ तां कहीं ना खुल्लीए। जदों भी एक दंगल होता ना, उहदे विच पहलवान होंदे ने, वो खुलदे ने, उन्हां दी कोशिश होंदी है कि वो जिहड़ा ऑपोजिशन पार्टी है ना, उसदी पिठ नूं जमीन ते लगा सकन। पर जे मैं लख यतन करदा रहा, जे मैं कर्म कांडा तक सीमित रहा, जे मैं जिंदगी नूं सिंपल नहीं बनाया, यह विकार आके जो मेरे ते हमला करते पे ने ना, उन्हां दा सामना मैं कदी नहीं कर पावांगा। मैं कदी कामी होके अपनी जिंदगी बर्बाद, कदी क्रोधी होके जिंदगी बर्बाद, कदी अहंकारी होके जिंदगी बर्बाद। क्यों? क्योंकि टॉपिक चलदा पिया सी उस्तत निंदा। परिवार दे विच जे उस्तत निंदा ते खड़ा ते परिवार विच मैं सुहेला नहीं हो सकदा, दुहेला रहांगा। अगे कहंदे पए ने जिसनूं विसरे नाओ, जो रब्बी नियमावली नूं विसारदा पिया है, सो जोनी हांडी है। ए मनुख, तू जींदे जी ही कदी कुत्ते वांग भौंकदे, जींदे जी कदी कां वांग कां कां करदा रहिंदा, कदी हाथी वांग कामी हो जांदा है, कदी सप वांग एक दूजे नूं डांग मारदा है। तू सब कुछ करदा पिया, बस इंसानी जून तेरी जिंदगी चों नजर नहीं आ रही। जे तू अपने घर नूं आनंद कारज बनाना चाहता है ना, फिर वफादार कुत्ता बन जाए, लोभी कुत्ता ना बने। फिर तू बगले वांग हिपोक्रेसी ना रखी, हंस वांग एक हो जाए। जे तू वो नहीं होया, जे तू एक मखोटी पाया ना, मुंह से तो आई लव यू आई लव यू, और अंदर से आए जब ये बंदा जब आ जाता ना, मेरे से 2 मिनट बैठा नहीं जाता। जदों ओ बिरती विच रहा ना, फिर चेता रखी वो आई लव यू उस नाल कुछ नहीं होना। असल जिंदगी दे विच कुछ चीज़ां कहण दी लोड़ नहीं पैंदियां, तुहाडी जिंदगी चों नजर आंदियां ने। जिसनूं गुरु साहब कहंदे पए ने, जिसनूं विसरे ना सो जोनी हांडीए। जे तू जोना दे विच पिया होया है ना, फिर चेता चेता रखी तू दुहेला बन के जिंदगी जिएगा, सुहेला नहीं आ सकता। अगे कहंदे पए ने जिस खसम ना आवे, खसम दा भाव सच सबना का खसम है। जिसनों वो सच भुल गया है, जो सच दे आसरे अपनी जिंदगी नहीं जींदा पिया, जिस खसम ना आवे चित तिस जम दंड दे। जे सच तेनू भुल गया है ना, फिर यह विकारा रूपी जम दा दंड तेनू सहना पेगा। ऐ मत समझो बाहर से आके विकार मेरे को सजा देंगे, ना 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 ना। मैंने ही कुछ चीज़ां ते कुदरती बनी हुई ने ना, पर क्योंकि मैं उन्होंने विकारां दे कंट्रोल विच आ गया, इस करके मैं आप सजा का पात्र बनना पाया। हुण जे मैं जमा दे विच आ गया ते मैं अपने कम्मा करके आप मैं सजा भुगतदा पाया। गुरु साहब कहंदे पे ने जे सच के आसरे जिंदगी जिएगा ते सुहेला। You will not need any help, you will not need any counseling, you will not need all of these things, these are not meant for you। जे तू सच दे आसरे जिंदगी नहीं जींदा पिया, ते गुरु साहब कहंदे पे ने जिस खसम ना आवे चित तिस जम दंड दे, जिस खसम ना आवे चित रोगी से गणे। फिर चेता रखी जे तू सच दे आसरे जिंदगी नहीं जींदा पिया, तेनू हौमे दा ईगो दा रोग इतना खतरनाक रोग आके जकड़ेगा कि तेनू परिवार दे विच जीना नहीं आएगा। फिर जो तेरी जिंदगी तू आनंद कारज बनाना चाहता सी, वो कारज विच आनंद ते आ ही नहीं रहा। क्यों? क्योंकि तू सच तू खुंज गए। फिर अखीर विच गुरु साहब कहंदे ने जिस खसम ना आवी चित सो खरो अहंकारिया। जे सच नहीं आया ना, तो इतना ईगोइस्टिक जिंदगी जी रहे। रिश्ता वही टुटेगा जिस रिश्ते दे विच अहंकार हावी हो जाए। रिश्ता वही टुटेगा जिस रिश्ते विच आई मी माई सेल्फ रहे। जिधर बंदा किसी लिए कदी कदी कोई जिंदगी जीना सीख ले, उधर वो सच नूं कदी नहीं भुलाएगा। गुरु साहब कहंदे पए ने सोई दुहेला जग जिन नाओ विसारिया। असल दुहेला अपने जीवन नूं ओ बनांदा पिया जो हुक्म नूं भुला चुके, हुक्म दे अनुसार जिंदगी नहीं जींदा पिया। हुण जे तू हुक्म दे अधीन आके अपनी जिंदगी जीना शुरू करना चाहता है, ते तेनू एक चीज समझनी पड़ेगी। 2 पल लई साह लईए। एक अखीरला नुकता, विआह होआ मेरे बाबूला,
ਜਦੋਂ ਉਹ ਚੀਜ਼ ਸਮਝਣੀ ਹੈ, ਉਹ ਸਮਝਣ ਤੋਂ ਪਹਿਲਾਂ ਆਪਾਂ ਜੋ ਇੱਕ ਸਮਰੀ ਦੇ ਵਿੱਚ 4 ਲਾਵਾਂ ਨੂੰ ਸਮਝਿਆ ਹੈ, ਤੇ ਮੈਨੂੰ ਲੱਗਦਾ ਵਿਆਹ ਹੋ ਮੇਰੇ ਬਾਬਲਾ ਨੂੰ ਡਿਸਕਸ ਕਰਨ ਦੀ ਵੀ ਹੁਣ ਲੋੜ ਨਹੀਂ ਪੈਣੀ, ਉਹ ਚੀਜ਼ਾਂ ਸਮਝ ਆਈ ਜਾਣੀ ਹੈ। ਫਿਰ ਵੀ ਆਪਾਂ 2 ਮਿੰਟ ਕੇਵਲ ਹੋਰ ਸਪੈਂਡ ਕਰਨੇ ਨੇ, ਪਰ ਪਹਿਲਾਂ ਆਪਾਂ ਜੋ ਚੀਜ਼ ਇਸ ਵਕਤ ਸਾਡੇ ਦਿਮਾਗ ਵਿੱਚ ਪਈ ਹੈ, ਹਰ ਪਹਿਲੜੀ ਲਾਭ ਕੀ ਹੈ, ਹਰ ਦੂਜੜੀ ਲਾਭ ਕੀ ਹੈ, ਹਰ ਤੀਜੜੀ ਲਾਭ ਕੀ ਹੈ, ਹਰ ਚੌਥੜੀ ਲਾਭ ਕੀ ਹੈ, ਆਓ ਇੱਕ ਵਾਰੀ ਇਹ ਛੰਤ ਦਾ ਆਪਾਂ ਕੀਰਤਨ श्रवण करिए रल मिल के, ताकि वो चीज साडे दिमाग विच चित्त विच पक्का हो जाए। नाले दूजी चीज असी जदों भी हुण अगले हफ्ते लावां पढ़ियां जानियां ने, क्योंकि फिजिकली तो असी मौजूद नहीं हो सकते, पर क्यों ना हुणे असी रल मिल के उदा आनंद मान लिए। आओ एक बार इन्हां 4 लावां दा कीर्तन सुनिए, फिर केवल 2 मिनट लई आपां इसनूं कंक्लूजन वाले पासे लैके जाइए जी।
बोली हर वाणी संत जना वड भागी पाया हर कथिए कथ कहानी हृदय हरे हरे हर तूने उपजी हर जपिय मस्तक भाग जियो जन नानक बोले तीजी हवे हर उपजै मन राग जियो हर तीजड़ी नाग हर तीजड़ी नाग हर तीजड़ी नाग हरे चौथड़ी नाग मन सहज पया हरे पाया बल्ले राम जियो गुरमुख मिलया सुभाए हर मन तन मीठा लाया बल राम जियो हर मीठा लाया मेरे प्रभु पाया अंदिन हर लिवलाई मन चिंदिया फल पाया स्वामी हर नाम वजीवा धाई हर प्रभ ठाकुर काज रचाया तन हृदय नाम विगासी जन नानक बोले चौथी हवे हर आया प्रभ अविनाशी हरे चौधरी नाग हरे चौधरी नाग हरे चौधरी नाग मन चिंदिया फल पाया स्वामी हर नाम वजी वधाई। ਉਹ ਵਜੀ ਵਧਾਈ ਕਿਵੇਂ ਵਾਪਰੀ? ਜਦੋਂ ਅਖੀਰ ਵਿੱਚ ਹਰ ਪਾਇਆ ਪ੍ਰਭ ਅਬਿਨਾਸ਼ੀ, ਜਦੋਂ ਪਤਾ ਲੱਗਿਆ ਯਾਰ ਉਹ ਰੱਬ ਦੀ ਬਾਤਾਂ ਤੇ ਮੈਂ ਬੜਾ ਪਾਉਂਦਾ ਆਇਆ, ਪਤਾ ਲੱਗਿਆ ਯਾਰ ਉਹ ਇੱਕ ਸੀ ਪਰ ਉਹ ਸਭ ਕੁਝ ਹੀ ਇੱਕ ਸੀ। ਜਦੋਂ ਪਤਾ ਲੱਗ ਗਿਆ ਕਿ ਉਹ ਜਦੋਂ ਮੈਂ ਵੀ ਉਸ ਇੱਕ ਦਾ ਹਿੱਸਾ ਸੀ, ਜਦੋਂ ਮੈਂ ਫਿਰ ਆਪਣੀ ਜ਼ਿੰਦਗੀ ਨੂੰ ਉਸ ਢੰਗ ਨਾਲ ਸਵਾਰਨਾ ਸ਼ੁਰੂ ਕਰ ਦਿੱਤਾ ਕਿ ਜੋ ਮੈਂ ਰੋਜ਼ ਰੱਬੇ ਗੁਣ ਗਾਉਂਦਾ ਸੀ, ਜੋ ਮੈਂ ਰੋਜ਼ ਰੱਬ ਦੀਆਂ ਵਡਿਆਈਆਂ ਕਰਦਾ ਸੀ, ਉਹ ਵਡੇਕੀਆਂ ਵਡਿਆਈਆਂ ਮੈਂ ਤਾਂ ਕਰਦਾ ਸੀ, ਪਤਾ ਲੱਗ ਪਿਆ ਕਿ ਮੈਂ ਜੋ ਆਪਣੇ ਛੋਟੇ ਖਿਆਲ ਲੈ ਕੇ ਜ਼ਿੰਦਗੀ ਜੀਂਦਾ ਪਿਆ, ਉਹ ਛੋਟੀ ਡਿਸਟਰਕਟਿਵ ਸੋਚ ਨੂੰ ਛੱਡ ਕੇ ਹੁਣ ਜਦੋਂ ਕੰਸਟਰਕਟਿਵ ਸੋਚ ਵਾਲੇ ਵੱਧ ਪਾਵਾਂਗਾ ਤੇ ਹੋਏਗਾ ਕਿ ਵਿਆਹ ਹੋਆ ਮੇਰੇ ਬਾਬੂਲਾ। ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕੱਟਿਆ, ਗੁਰਗਿਆਨ ਪ੍ਰਚੰਡ ਬਲਾਇਆ। ਮਨੁੱਖ ਜ਼ਿੰਦਗੀ ਦੇ ਵਿੱਚ ਠੋਕਰਾਂ ਤਦੋਂ ਖਾਂਦਾ ਹੈ, ਮਨੁੱਖ ਜ਼ਿੰਦਗੀ ਦੇ ਵਿੱਚ ਦੁਖੀ ਤਦੋਂ ਹੁੰਦਾ ਹੈ ਜਦੋਂ ਹਨੇਰਾ ਹੋਏ। ਜਦੋਂ ਲਾਈਟ ਔਨ ਹੋ ਗਈ ਤੇ ਮਨੁੱਖ ਠੋਕਰਾਂ ਨਹੀਂ ਖਾ ਸਕਦਾ। ਜੇ ਲਾਈਟ ਔਨ ਹੋ ਕੇ ਵੀ ਮਨੁੱਖ ਠੋਕਰਾਂ ਖਾਂਦਾ ਪਿਆ, ਇਹਦਾ ਭਾਵ ਜਾਂ ਤੇ ਮਨੁੱਖ ਦੀ ਨਜ਼ਰ ਕਮਜ਼ੋਰ ਜਾਂ ਮਨੁੱਖ ਅੱਖਾਂ ਮੇਟ ਕੇ ਚੱਲਦਾ ਪਿਆ। ਭਲਿਆ ਪੁਰਖਾ ਗੁਰ ਗਿਆਨ ਦਿਓ ਮਨ ਸਮਝਾ। ਉਹ ਗੁਰ ਗਿਆਨ ਦੇ ਰਾਹੀਂ ਮੇਰੇ ਮਨ ਨੂੰ ਚਾਨਣ, ਮੇਰੇ ਮਨ ਨੂੰ ਜੁਗਤੀ ਮਿਲਦੀ ਪਈ ਹੈ। ਜੇ ਫਿਰ ਵੀ ਜੇ ਮੈਂ ਸਮਝਣਾ ਨਹੀਂ ਚਾਹੁੰਦਾ ਤੇ ਅੱਜ ਤੱਕ ਮੈਂ ਠੋਕਰਾਂ ਖਾਂਦਾ ਰਿਹਾ, ਜੇ ਮੈਂ ਦੁਹੇਲਾ ਬਣ ਕੇ ਜ਼ਿੰਦਗੀ ਜੀਂਦਾ ਰਿਹਾ, ਇਹਦਾ ਭਾਵ ਜਾਂ ਤੇ ਮੈਂ ਆਪਣੀਆਂ ਅੱਖਾਂ ਮੀਟੀਆਂ ਹੋਈਆਂ ਸੀ ਜਾਂ ਫਿਰ ਇਹ ਨਤੀਜਾ ਨਿਕਲਦਾ ਪਿਆ ਕਿ ਮੇਰੀ ਨਜ਼ਰ ਇਤਨੀ ਕਮਜ਼ੋਰ ਹੋ ਚੁੱਕੀ ਹੈ ਜਿਸ ਕਰਕੇ ਮੇਰੇ ਕੋਲ ਜ਼ਿੰਦਗੀ ਦਾ ਨਜ਼ਰੀਆ ਨਹੀਂ ਰਿਹਾ। ਮੈਂ ਅੱਜ ਦੀ ਜ਼ਿੰਦਗੀ ਦੇ ਵਿੱਚ ਜੀਂਦਾ ਹੋਇਆ ਮੈਂ ਆਉਣ ਵਾਲੇ ਸਮੇਂ ਅੰਦਰ ਕਿਹੋ ਜਿਹੀ ਜ਼ਿੰਦਗੀ ਜੀਣੀ ਹੈ ਉਹਦੇ ਮੈਂ ਸਮਝ ਨਹੀਂ ਕਰ ਪਾ ਰਿਹਾ, ਪਰਖ ਨਹੀਂ ਕਰ ਪਾ ਰਿਹਾ, ਫੈਸਲੇ ਨਹੀਂ ਲੈ ਪਾ ਰਿਹਾ। ਪਰ ਗੁਰੂ ਸਾਹਿਬ ਕਹਿੰਦੇ ਪਏ ਨੇ ਅਗਿਆਨ ਅੰਧੇਰਾ ਕੱਟਿਆ। ਵਿਆਹ ਪਤਾ ਕਦੋਂ ਹੋਣਾ ਹੈ? ਜਦੋਂ ਅਗਿਆਨਤਾ ਦਾ ਅੰਧੇਰਾ ਕੱਟ ਜਾਏਗਾ। ਤੇ ਉਹ ਕੱਟਣਾ ਕਿਵੇਂ? ਗੁਰੂ ਸਾਹਿਬ ਕਹਿੰਦੇ ਨੇ ਬਲਿਆ ਗੁਰ ਗਿਆਨ ਅੰਧੇਰਾ ਬਿਨਾਸ਼ਿਆ ਹਰ ਰਤਨ ਪਦਾਰਥ ਲਾਦਾ। ਉਹ ਕੀਮਤੀ ਰਤਨਾ, ਰਤਨ ਪਦਾਰਥ ਬਹੁਤ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਜਦੋਂ ਆਪਣੀ ਜ਼ਿੰਦਗੀ ਨੂੰ ਮੈਂ ਕੀਮਤੀ ਬਣਾ ਲਿਆ, ਜਦੋਂ ਮੈਂ ਪੱਥਰ
ना होके कीमती हीरा बन गया। फिर ਇਹ ਜ਼ਿੰਦਗੀ ਜੀਣ ਦਾ ਜੋ ਸਵਾਦ ਆਏਗਾ, ਮੈਂ ਦੁਹੇਲਾ ਬਣ ਕੇ, ਦੁਖੀ ਹੋ ਕੇ, ਇਰੀਟੇਟ ਹੋ ਕੇ, ਬੰਧਨ ਦੇ ਵਿੱਚ ਫਸਿਆ ਹੋਇਆ ਮਹਿਸੂਸ ਕਰਕੇ ਜ਼ਿੰਦਗੀ ਨਹੀਂ ਜੀਵਾਂਗਾ। ਮੇਰੇ ਇਹੋ ਜਿਹੇ ਰਿਸ਼ਤੇ ਬਣਨਗੇ, ਉਸ ਰਿਸ਼ਤੇ ਦੇ ਵਿੱਚ ਇੱਕ ਦੂਜੇ ਨੂੰ ਕੰਪਲੀਮੈਂਟ ਕਰਦਾ ਹੋਇਆ, ਮੈਂ ਸੈਲਫਿਸ਼ ਹੋ ਕੇ ਨਹੀਂ, ਸਮਾਜ ਲਈ ਕੁਝ ਕਰ ਪਾਵਾਂਗਾ। ਜਦੋਂ ਤੁਸੀਂ ਕਿਸੇ ਲਈ ਕੁਝ ਕਰਨ ਲਈ ਜ਼ਿੰਦਗੀ ਜੀਓਗੇ, ਫਿਰ ਤੁਹਾਨੂੰ ਜ਼ਿੰਦਗੀ ਜੀਣ ਦਾ ਵੀ ਬੜਾ ਚਾਅ ਆਏਗਾ। ਗੁਰੂ ਕਿਰਪਾ ਕਰੇ ਇਹ ਜੋ ਚੀਜ਼ਾਂ ਆਪਾਂ ਸਮਰਾਈਜ਼ ਰੂਪ ਵਿੱਚ ਕਾਫੀ ਕੁਝ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਜੇ ਕੋਈ ਚੀਜ਼ ਤੇਜ਼ ਜਾਂ ਕੋਈ ਚੀਜ਼ ਬੜੀ ਛੇਤੀ ਵਿੱਚ ਹੋ ਗਈ ਹੋਏ, ਉਹਦੇ ਲਈ ਮੈਂ क्षमा ਦਾ ਜਾਚਕ ਹਾਂ। ਪਰ ਜੋ ਅਸਾਂ ਸਾਰਿਆਂ ਨੇ ਅੱਜ ਸਮਝਿਆ ਹੈ, ਅਸੀਂ ਆਪ ਸਵੈ ਪ੍ਰਚੋਲ ਕਰਨੀ ਹੈ ਕਿ ਅਸੀਂ ਕੀ ਬਣਨਾ ਹੈ। ਪਹਿਲਾ ਬੁੱਤ ਇੱਕ ਕੰਚੂ ਆਇਆ ਤੇ ਦੂਜੇ ਕੰਚੂ ਨਿਕਲ ਗਿਆ, ਦੂਜਾ ਬੁੱਤ ਇੱਕ ਕੰਚੂ ਆਇਆ ਤੇ ਦੂਜਿਆਂ ਨੂੰ ਸੁਣਾਉਣ ਲਈ, ਜਾਂ ਤੀਜਾ ਬੁੱਤ ਉਹ ਸਾਡੀ ਜ਼ਿੰਦਗੀ ਦਾ ਆਸਰਾ ਬਣ ਗਿਆ। ਜੇ ਸਾਡੀ ਜ਼ਿੰਦਗੀ ਦਾ ਆਸਰਾ ਬਣੇਗਾ, ਫਿਰ ਇੱਕ ਗੁਰੂ ਸਾਹਿਬ ਕਹਿੰਦੇ ਪਏ ਨੇ, ਭੱਲਿਆ ਪੁਰਖਾ ਤੇਰੀ ਜ਼ਿੰਦਗੀ ਦੇ ਕਾਰਜ ਵਿੱਚ ਆਨੰਦ ਹੋਣਾ ਹੀ ਹੋਣਾ ਹੈ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਹੋਣਾ ਹੀ ਹੋਣਾ ਹੈ। ਪਰ ਉਹ ਆਨੰਦ ਕਿਵੇਂ ਹੋਣਾ ਹੈ? ਇਹ ਨੇਤਰੋ ਮੇਰਿਓ ਹਰ ਤੁਮੈ ਜੋ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ। ਜਦੋਂ ਤੇਰੀ ਅੱਖਾਂ ਨੂੰ ਠੀਕ ਦੇਖਣਾ ਆ ਜਾਏ, ਇਸ ਨੂੰ ਕਹਿੰਦੇ ਨੇ ਆਨੰਦ। ਜਦੋਂ ਤੇਰੀ ਜ਼ੁਬਾਨ ਨੂੰ ਠੀਕ ਬੋਲਣਾ ਆ ਜਾਏ, ਉਸ ਨੂੰ ਕਹਿੰਦੇ ਨੇ ਆਨੰਦ। ਜਦੋਂ ਤੂੰ ਸਮਝ ਜਾਏ ਇਹ ਸ਼ਰੀਰਾ ਮੇਰਿਆ ਇਸ ਜਗ में आए के क्या तुद कर्म कमाया, ਜਦੋਂ ਇਹ ਸਮਝ ਆ ਗਿਆ, ਫਿਰ ਅਗਲਾ ਨੁਕਤਾ ਵੀ ਸਮਝ ਆ ਜਾਏਗਾ। ਇਹ ਸ਼ਰੀਰਾ ਮੇਰਿਆ ਹਰ ਤੁਮੈ ਜੋ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ। ਜਦੋਂ ਤੂੰ ਹਰ ਬਿਨ ਅਵਰ ਨਾ ਦੇਖੋ ਕੋਈ ਨੂੰ ਸਮਝ ਗਿਆ, ਤੇਰੀ ਜ਼ਿੰਦਗੀ ਦੇ ਵਿੱਚ ਆਨੰਦ ਹੀ ਆਨੰਦ ਹੋਣਾ ਹੈ। ਇਹਨਾਂ ਸ਼ਬਦਾਂ ਦੇ ਨਾਲ ਕਈ ਤੁਹਾਡੇ ਵਿੱਚੋਂ ਕਈਆਂ ਨੂੰ ਪਤਾ ਹੈ ਕਿ ਅੱਜ ਅਸੀਂ ਇਹ ਖਾਸ ਸੈਸ਼ਨ ਕਿਉਂ ਰੱਖਿਆ ਸੀ। ਜੇ ਕੋਈ ਹਨ ਜਿਨ੍ਹਾਂ ਨੂੰ ਹਲੇ ਨਾ ਪਤਾ ਹੋਏ, ਸਾਡੇ ਗਿਆਨ ਪ੍ਰਗਾਸ ਦੇ ਜਿਹੜੇ ਮੁੱਖ ਬੁਲਾਰੇ ਸਰਦਾਰ ਸ਼ਿਵਾਨ ਸਿੰਘ, ਉਹਨਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਆਨੰਦ ਕਾਰਜ ਬੀਬੀ ਰਮਨਦੀਪ ਕੌਰ ਨਾਲ ਹੋਣ ਜਾ ਰਿਹਾ ਹੈ। ਸਾਡੇ ਸਾਰਿਆਂ ਦੇ ਤਰਫੋਂ ਪਿਆਰ, ਸਾਡੇ ਸਾਰਿਆਂ ਦੇ ਤਰਫੋਂ, ਕਿਉਂਕਿ ਅਸੀਂ ਇਹਨਾਂ ਦਿਨਾਂ ਵਿੱਚ ਫਿਜ਼ੀਕਲੀ ਨਾਲ ਸ਼ਾਮਲ ਨਹੀਂ ਹੋ ਸਕੇ, ਪਰ ਇਹਦਾ ਭਾਵ ਇਹ ਨਹੀਂ ਹੈ ਕਿ ਅਸੀਂ ਉਹ ਪਿਆਰ ਰਲ ਮਿਲ ਕੇ ਸਾਂਝਾ ਨਾ ਕਰ ਸਕੀਏ। ਸਾਡੇ ਸਾਰਿਆਂ ਦੇ ਤਰਫੋਂ ਪਿਆਰ, ਸਾਡੇ ਸਾਰਿਆਂ ਦੇ ਤਰਫੋਂ ਭਾਵੇਂ ਉਹਨਾਂ ਦਿਨਾਂ ਦੇ ਵਿੱਚ ਇਹ ਚੀਜ਼ ਮੈਂ ਜ਼ਰੂਰ ਜ਼ਿਕਰ ਕਰਾਂਗਾ ਕਿ ਬਿਲਕੁਲ ਧਿਆਨ ਰੱਖਦੇ ਹਾਂ, ਮਾਸਕ ਪਾਉਂਦੇ ਹਾਂ। ਜਿੱਧਰ ਵੀ ਤੁਸੀਂ ਜਾ ਕੇ ਵਿਆਹ ਕਰਨਾ ਹੈ, ਬਹੁਤ ਹੀ ਧਿਆਨ ਰੱਖਣ ਦੀ ਲੋੜ ਹੈ। ਉਹ ਧਿਆਨ ਰੱਖਦੇ ਹਾਂ, ਕੇਅਰਫੁਲ ਹੁੰਦੇ ਹਾਂ, ਤੇ ਆਪਣੀ ਜ਼ਿੰਦਗੀ ਦਾ ਇੱਕ ਨਵਾਂ ਜੋ ਇੱਕ ਸਟੈਪ ਹੈ ਉਹ ਚੁੱਕਣਾ ਹੈ। ਉਹ ਸਟੈਪ ਚੁੱਕਦਿਆਂ ਹੋਇਆਂ ਇਹਦਾ ਭਾਵ ਇਹ ਨਹੀਂ ਹੈ ਕਿ ਤੁਸੀਂ ਕਿਸੇ ਚਿੰਤਾ ਦੇ ਵਿੱਚ ਰਹਿ ਕੇ ਸਟੈਪ ਚੁੱਕਣਾ ਹੈ। ਉਹ ਖੁਸ਼ੀ ਸਟੈਪ ਚੁੱਕੋ। ਐਂਡ ਜਦੋਂ ਖੁਸ਼ੀ ਚੁੱਕੋਗੇ ਤੇ ਜ਼ਿੰਦਗੀ ਦੇ ਵਿੱਚ ਵੀ ਖੁਸ਼ ਤੇ ਆਨੰਦ ਤੇ ਖੇੜਾ ਰਹਿਣਾ ਹੀ ਰਹਿਣਾ ਹੈ। ਮੈਂ ਜਿਨ੍ਹਾਂ ਨੇ ਅੱਜ ਬਹੁਤ ਹੀ ਕਮਾਲ ਦਾ ਗਾਇਆ, ਪ੍ਰਮੀਤ ਨੇ ਵਿਚਾਰ ਕੀਤੀ, ਉਹਨਾਂ ਦਾ ਸ਼ੁਕਰਗੁਜ਼ਾਰ ਹਾਂ। ਗੁਰਪ੍ਰੀਤ ਕੌਰ ਨੇ ਬਹੁਤ ਹੀ ਕਮਾਲ ਪਿਆਰ ਨਾਲ ਘੋੜੀਆਂ ਗਾਈਆਂ। ਹਰਪ੍ਰੀਤ ਕੌਰ ਨੇ ਤਾਂ ਗਜ਼ਬ ਦੇ ਢੰਗ ਨਾਲ ਜੋ ਸਾਨੂੰ ਸ਼ਲੋਕ ਤੇ ਪੌੜੀ ਸੁਣਾਈ। ਪ੍ਰਮੀਤ ਕੌਰ ਨੇ ਜੋ ਉਹਨਾਂ ਘੋੜੀਆਂ ਦਾ ਇੱਕ ਸਮਰੀ ਸਟਾਰਟਿੰਗ ਦੇ ਵਿੱਚ ਉਸਨੇ ਇੱਕ ਲੋਕ ਗੀਤ ਇਤਨੇ ਪਿਆਰ ਨਾਲ ਸੁਣਾਇਆ, ਫਿਰ ਜੋ ਘੋੜੀਆਂ ਦਾ ਭਾਵ ਸਾਨੂੰ ਸੁਣਾਇਆ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।